ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹੀ ਪਹਿਲਾਂ ਮੌਸਮ ਦੀ ਹਾਲ ਬਿਆਨੀ ਕਰ ਲਈਏ। ਪੰਜਾਬ ਦੇ ਵਿੱਚ ਗਰਮੀ ਨੇ ਵੱਟ ਕੱਢਤੇ ਆ। ਲੰਘੇ ਕੱਲ੍ਹ 43 ਡਿਗਰੀ ਤੱਕ ਤਾਪਮਾਨ ਪਹੁੰਚ ਗਿਆ ਤੇ ਅੱਜ ਵੀ ਜਦੋਂ ਅਸੀਂ ਸਵੇਰ ਦੇ ਵੇਲੇ ਇਸ ਪ੍ਰੋਗਰਾਮ ਨੂੰ ਕਰਨ ਲੱਗੇ ਆ ਤਾਂ ਕੜਾਕੇ ਵਾਲੀ ਗਰਮੀ ਆ। ਸੂਰਜ ਦੀ ਟਿੱਕੀ ਅੱਗ ਵਰਾਉਂਦੀ ਆ। ਮੌਸਮ ਵਿਭਾਗ ਕਹਿੰਦਾ ਵੀ ਇਹਨੇ 45 ਤੱਕ ਪਹੁੰਚ ਜਾਣਾ ਸ਼ਾਇਦ, ਤੇ 11, 12, 13 ਤਰੀਕ ਨੂੰ ਕਹਿੰਦੇ ਹੋ ਸਕਦਾ ਵੀ ਧੂਲ ਭਰੀ ਆਂधी ਚੱਲੇ, ਹੋ ਸਕਦਾ ਕਈ ਥਾਵਾਂ ਤੇ ਕਣੀਆਂ ਵੀ ਪੈਣ। ਪਰ ਅੱਜ ਦੀ ਤਰੀਕ ਦੇ ਵਿੱਚ ਗਰਮੀ ਨੇ ਚੋਖਾ ਪਰੇਸ਼ਾਨ ਕੀਤਾ ਹੋਇਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ, ਕੀ ਹਾਲ ਚਾਲ ਨੇ? ਮੈਂ ਬਹੁਤ ਵਧੀਆ, ਚੜ੍ਹਦੀ ਕਲਾ। ਧੂਲ ਭਰੀ ਆਂधी ਕਿਹੜੀ ਹੁੰਦੀ ਹੈ? ਮੇਰੀ ਮਰਜ਼ੀ। ਧੂੜ ਭਰੀ ਹਨੇਰੀ ਹੁੰਦੀ ਹੈ। ਮੈਂ ਕਹਿਣਾ ਅੱਛਾ ਵੀ ਜੀ। ਇੰਨੀ ਤੇਜ਼ ਹਨੇਰੀ, ਹਾਂਜੀ, ਧੂੜ ਉੜਦੀ ਆ ਹਾਂ ਤੇ ਬਹੁਤ ਮਾੜੀ ਗੱਲ ਆ ਜੀ। ਤੇ ਪਰ ਹਿੰਦੀ ਦੇ ਵਿੱਚ ਪੜਿਆ ਕਰਕੇ ਇਹ ਸੀ, ਨਹੀਂ ਤਾਂ ਮੈਂ ਜੇ ਅੰਗਰੇਜ਼ੀ ਚ ਹੁੰਦਾ ਪੜਿਆ ਤਾਂ ਮੈਂ ਅੰਗਰੇਜ਼ੀ ਚ ਕਹਿ ਦੇਣਾ ਸੀ। ਜਦੋਂ ਮੈਂ ਅੰਗਰੇਜ਼ੀ ਚ ਕਹਿੰਦੀ ਹੁੰਦੀ ਆ ਤਾਂ ਆਪਾਂ ਫੱਟ ਟੋਕ ਦਿੰਦੇ ਮੈਂ ਆ। ਆਖਿਆ, ਮੈਂ ਕਿਹਾ ਸੀ ਕਹਿ ਦੇਣਾ ਸੀ। ਜੀ। ਕੀ ਪਤਾ ਮੇਰਾ ਮਨ ਉਦੋਂ ਕਹਿੰਦਾ ਨਾ ਆਪਾਂ ਨਹੀਂ ਕਹਿਣਾ। ਇਹ ਆਪਣੇ ਮਨ ਨੂੰ ਸਮੱਸਿਆ ਕੀ ਹੈ? ਮਨ ਦਾ ਮੋਰ ਕਦੇ ਕਿਵੇਂ ਪੈਲ ਪਾ ਜਾਂਦਾ, ਕਦੇ ਕਿਵੇਂ ਪੈਲ ਪਾ ਮੋਰ ਦੀ ਜਾਂਦਾ। ਗੱਲ ਨਹੀਂ ਕਰਨੀ, ਮੋਰ ਅੱਗੇ ਬਹੁਤ ਚਿੰਤਾ ਦੇ ਵਿੱਚ ਹੈ। ਕਿਹੜਾ? ਇੱਕ ਤਸਵੀਰ ਆਈ ਸੀ, ਹਾਂ। ਉਹਦੇ ਚ ਇੱਕ ਸ਼ਖਸ ਮੋਰ ਨੂੰ ਚੋਗਾ ਚਗਾ ਰਿਹਾ ਸੀ ਹਾਂ। ਤੇ ਉਹ ਮੋਰ ਡਰਿਆ ਬੈਠਾ ਸੀ ਵੀ ਕਿਤੇ ਹੁਣ ਮੇਰੇ ਵੀ ਵਿਕਣ ਦੀ ਵਾਰੀ ਤਾਂ ਨਹੀਂ ਆ ਗਈ। ਤੇ 14 ਦੇ ਵਿੱਚ ਵੀ ਚੋਗਾ ਪਾਇਆ ਗਿਆ ਅੱਛਾ ਜੀ। ਤੇ 19 ਦੇ ਵਿੱਚ ਵੀ ਚੋਗਾ ਪਾਇਆ ਗਿਆ ਤੇ ਹੁਣ ਕਹਿੰਦੇ 22 ਦੇ ਵਿੱਚ ਫਿਰ 5-6 ਸੂਬਿਆਂ ਚ ਚੋਗਾ ਪਾਉਣਾ। ਤੇ ਫਿਰ ਕੀ ਹੋ ਗਿਆ? ਆਪਾਂ ਵੀ ਮੋਰਾਂ ਵਰਗੇ ਹੀ ਆ। ਗੱਲ ਤਾਂ ਤੁਹਾਡੀ ਸਹੀ ਹੈ ਟਾਣਾ ਸਾਹਿਬ। ਬਾਕੀ ਹੋਰ ਸੁਣਾਓ, ਜ਼ਿੰਦਗੀ ਚਿੱਟੇ ਕਿਵੇਂ ਚੱਲ ਬਗਲੇ ਰਹੀ ਤੇ ਨੀਲੇ ਮੋਰ ਸਹੁੰ ਲੱਗੇ ਰੱਬ ਦੀ ਦੋਵੇਂ ਚੋਰ। ਲੋਕ ਐਵੇਂ ਥੋੜੀ ਕਹਿੰਦੇ ਆ। ਸਹੀ ਗੱਲ ਹੈ, ਗੱਲਾਂ ਐਵੇਂ ਥੋੜੀ ਬਣ ਜਾਂਦੀਆਂ ਨੇ, ਸਮਾਜ ਨੂੰ ਵੇਖ ਕੇ ਹੀ ਬਣਦੀਆਂ ਨੇ। ਸੋ ਖੈਰ, ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ ਹੈ ਜੀ। ਪੂਰੀ ਤਰ੍ਹਾਂ ਨਾਲ ਰਫ਼ਤਾਰ 'ਚ ਹੈ। ਬਸ ਉਹਦਾ ਕਦੇ ਕਦੇ ਨਾ ਗਰਮੀ ਚ ਮੜੇ ਜੇ ਝੰਬੇ ਜੇ ਜਾਈਦਾ, ਹਾਂ। ਪਰ ਫਿਰ ਮੂੰਹ ਦਾ ਧੋ ਕੇ ਤਾਂ ਲੱਗ ਪਈਦਾ। ਪਰ ਸੱਚੀ ਕਹਿੰਦੀ ਆ, ਧੰਨ ਨੇ ਉਹ ਲੋਕ, ਧੰਨ ਹੈ ਉਹਨਾਂ ਦਾ ਜਿਗਰਾ ਜਿਹੜੇ ਵਾਕਈ ਦਿਹਾੜੀ ਦੱਪਾ ਕਰਦੇ ਨੇ ਇਹੋ ਜੀ ਗਰਮੀ ਦੇ ਵਿੱਚ ਇਸ ਪੇਟ ਦੀ ਖਾਤਰ, ਜਿਹੜੇ ਵਾਕਈ ਵਿਚਾਰੇ ਰੇੜੀ ਫੜੀ ਲਗਾਉਂਦੇ ਨੇ, ਜਿਹੜੇ ਵਾਕਈ ਕੋਈ ਨਾ ਕੋਈ ਹੀਲਾ ਲੱਭਦੇ ਨੇ ਰੋਟੀ ਕਮਾਉਣ ਦਾ, ਜਿਹੜੇ ਵਾਕਈ ਇਸ ਵੇਲੇ ਬਾਰਡਰਾਂ ਦੇ ਉੱਪਰ ਡਟੇ ਬੈਠੇ ਨੇ, ਜਿਹੜੇ ਵਾਕਈ ਸਾਰਾ ਕੁਝ ਭੁੱਲ ਭੁਲਾ ਕੇ ਸਿਰਫ ਤੇ ਸਿਰਫ ਆਪਣੇ ਪਰਿਵਾਰ ਬਾਰੇ ਸੋਚ ਕੇ ਤੇ ਫਿਰ ਉਹ ਸਾਰੇ ਕੰਮ ਕਰਨ ਦੇ ਲਈ ਇਸ ਇੰਨੀ ਗਰਮੀ ਦੇ ਵਿੱਚ ਵੀ ਤਿਆਰ ਹੋ ਜਾਂਦੇ ਨੇ। ਉਹਨਾਂ ਸਾਰੇ ਲੋਕਾਂ ਨੂੰ ਸਲਾਮ। ਮੈਂ ਨਾ ਕੱਲ ਇੱਕ ਰੇੜੀ ਤੇ ਖੜ ਗਿਆ, ਮੈਂ ਕਿਹਾ ਮਾੜੇ ਮੋਟੇ ਫਲ ਹੀ ਲੈ ਚੱਲ ਗਏ ਤੇ ਫਲ ਪੂਰੇ ਤਪੇ ਪਏ ਅੱਗ ਵਾਂਗੂ। ਅੱਛਾ ਜੀ। ਜਦੋਂ ਉਹਨਾਂ ਨੂੰ ਹੱਥ ਲੱਗ ਗਏ ਐ ਪੂਰੇ ਅੰਗਿਆਰ ਵਰਗੇ ਲੱਗਣ। ਤੇ ਇੱਕ ਬੰਦਾ ਕਹਿੰਦਾ ਆ ਕੇ ਉੱਥੇ ਜਿਹੜਾ ਹੋਰ ਵੀ ਖੜਾ ਸੀ, ਕਹਿੰਦਾ ਬਾਈ ਇਹ ਤੱਤੇ ਬਹੁਤ ਆ। ਕਹਿੰਦਾ ਬਾਈ ਜੀ ਇੱਥੇ ਹੱਥ ਲਾ ਕੇ ਵੇਖ, ਇਹ ਉਸ ਤੋਂ ਵੀ ਤੱਤਾ। ਵਾਹ। ਕਹਿੰਦਾ ਵੀ ਇਹ ਤਾਂ ਫੇਰ ਵੀ ਫਰਿੱਜ 'ਚ ਰੱਖ ਦਿਓਗੇ ਤੇ 4 ਘੰਟਿਆਂ ਨੂੰ 2 ਘੰਟਿਆਂ ਨੂੰ ਠੰਡੇ ਹੋ ਜਾਣਗੇ। ਤੁਸੀਂ ਠੰਡੇ ਕਰਕੇ ਖਾਓਗੇ ਨਾ, ਮੈਂ ਐਂ ਹੀ ਰਹਿਣਾ ਰਾਤ ਤੱਕ, ਬਿਲਕੁਲ ਸਹੀ। ਇੱਥੇ ਹੀ ਖੜੇ ਰਹਿਣਾ ਰਾਤ ਤੱਕ ਵੀ ਐਂ ਹੀ ਰਹਿਣਾ। ਤੇ ਰਾਤ ਨੂੰ ਵੀ ਕਿਹੜਾ ਪੱਖੇ ਜਿਹੜੇ ਉਹ ਠੰਡੀ ਹਵਾ ਦਿੰਦੇ ਨੇ ਟਾਣਾ ਸਾਹਿਬ, ਉਹ ਵੀ ਤਾਂ ਅੱਗ ਹੀ ਭਰਾਉਂਦੇ ਨੇ ਤੇ ਸਾਰੀ ਰਾਤ ਵੀ ਉਸੇ ਅੱਗ ਦੇ ਵਿੱਚ ਕੱਢਣੀ ਹੈ। ਬਿਲਕੁਲ ਸਹੀ ਗੱਲ ਆ। ਸੋ ਖੈਰ, ਸਲਾਮ ਹੈ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਵਾਕਈ ਮਿਹਨਤ ਮਸ਼ੱਕਤ ਕਰਦੇ ਨੇ, ਉਹਨਾਂ ਸਾਰਿਆਂ ਦੇ ਅੱਗੇ ਸਿਰ ਝੁਕਦਾ ਹੈ। ਸੋ ਆਪਾਂ ਚਾਹੇ ਦੇ ਵਿਚਾਰ ਦੀ ਸਾਂਝ ਪਾਈਏ। ਬਿਲਕੁਲ ਸਹੀ ਗੱਲ ਆ। ਪਹਿਲ ਤੁਸੀਂ ਨਾ ਤੁਹਾਡੀ ਦੇਖੋ, ਇੱਕ ਨਾ ਮੈਂ ਤਸਵੀਰ ਦੇਖੀ, ਉਹਦੇ ਵਿੱਚ ਨਾ ਇੱਕ ਮੁੰਡਾ ਨੰਗ ਧੜੰਗਾ, ਉਹਦੇ ਕੱਲੀ ਨੀਕਰ ਪਾਈ ਹੋਈ ਹੈ ਤੇ ਬਾਂਹ ਦੇ ਵਿੱਚ ਬੋਰੀ ਟੰਗੀ ਆ। ਅੱਛਾ ਜੀ। ਵੀ ਜਿਹੜੇ ਕਾਗਜ਼ ਦੇ ਟੁਕੜੇ ਚੁੱਕਣ ਵਾਲਾ ਜਾਂ ਬੋਤਲਾਂ ਜਾਂ ਹੋਰ ਕਚਰਾ ਚੁੱਕਣ ਵਾਲਾ, ਤੇ ਉਹ ਇੱਕ ਬੁੱਤ ਦੇ ਮੂਹਰੇ ਖੜਾ। ਉਹ ਬੁੱਤ ਜਿਹੜੇ ਕਿ ਦੁਕਾਨਾਂ ਦੇ ਮੂਹਰੇ ਲਾਏ ਹੁੰਦੇ ਆ, ਜਿਨ੍ਹਾਂ ਦੇ ਵਿੱਚ ਰੂਹ ਨਹੀਂ ਹੁੰਦੀ ਤੇ ਉਹਨਾਂ ਦੇ ਲੀੜੇ ਬੜੇ ਸੋਹਣੇ ਪਾਏ ਹੁੰਦੇ ਆ। ਉਹ ਆਪਸ ਦੇ ਵਿੱਚ ਗੱਲਬਾਤ ਕਰ ਰਿਹਾ। ਅੱਛਾ ਜੀ। ਕਹਿੰਦਾ ਕਿਸਕੋ ਕਿਆ ਮਿਲਾ ਇਸਕਾ ਕੋਈ ਹਿਸਾਬ ਨਹੀਂ। ਵਾਹ। किसको क्या मिला इसका कोई हिसाब नहीं, तेरे पास रूह नहीं और मेरे पास लिबास नहीं। वाह, क्या बात है। ਜਿਹੜੇ ਬੰਦੇ ਜਿਉਂਦੇ ਜਾਗਦੇ ਆ, ਉਹਨਾਂ ਨੂੰ ਕਈ ਵਾਰ ਚੱਪਲਾਂ ਨਹੀਂ ਜੁੜਦੀਆਂ, ਉਹਨਾਂ ਦੇ ਤਨ ਦੇ ਉੱਤੇ 50 ਰੁਪਈਆਂ ਵਾਲਾ ਲੀੜਾ ਨਹੀਂ ਹੁੰਦਾ। ਕਈ ਵਾਰ ਮਜਬੂਰੀਆਂ ਇਦਾਂ ਮਾਰਦੀਆਂ ਤੇ ਜਿਹੜੇ ਵੱਡੇ ਵੱਡੇ ਕੱਪੜਿਆਂ ਦੀਆਂ ਦੁਕਾਨਾਂ ਦੇ ਸ਼ੋਰੂਮ ਆ ਤੇ ਉਹਨਾਂ ਦੇ ਵਿੱਚ ਇਹੋ ਜਿਹੇ ਬੁੱਤ ਖੜੇ ਹੁੰਦੇ ਆ ਵੀ ਇਉਂ ਲੱਗਦਾ ਵੀ ਇਹਦੇ ਇੰਨੀ ਮਹਿੰਗੀ ਕੰਪਨੀ ਵਾਲਾ ਲੀੜਾ ਪਾਇਆ, ਇਹਦੇ ਟੋਪੀ ਕਿਹੋ ਜਿਹੀ ਦਿੱਤੀ ਆ, ਇਹਦੇ ਸਿਰ ਨੂੰ ਕਿਵੇਂ ਢਕਿਆ, ਇਹਦੇ ਜੁੱਤੀ ਕਿਹੜੀ ਪਾਈ ਆ। ਉਹਨਾਂ ਬੁੱਤਾਂ ਦੇ ਵੱਧ ਲੀੜੇ ਪਾਏ ਹੁੰਦੇ ਆ। ਬਿਲਕੁਲ ਸਹੀ ਗੱਲ ਹੈ। ਇਹ ਗਰੀਬੀ ਬਹੁਤ ਕੁਝ ਸਿਖਾਉਂਦੀ ਹੈ ਟਾਣਾ ਸਾਹਿਬ, ਪਰ ਅੱਜ ਦੇ ਦੌਰ ਦੇ ਵਿੱਚ ਨਾ ਹਾਲਾਤ ਬਹੁਤ ਬਦਲ ਗਏ ਨੇ। ਅੱਜ ਮਾਫ ਕਰਨਾ ਜੇ ਕਿਸੇ ਨੂੰ ਇਹ ਗੱਲ ਬੁਰੀ ਲੱਗੇ, ਪਰ ਇਹ ਸੱਚਾਈ ਹੈ ਵੀ ਅੱਜ ਲੀੜੇ ਘੱਟ ਪਾਉਣ ਨੂੰ ਅਸੀਂ ਫੈਸ਼ਨ ਮੰਨੀ ਬੈਠੇ ਆ ਤੇ ਲੀੜੇ ਵੱਧ ਪਾਉਣਾ ਸਾਨੂੰ 올ਡ ਫੈਸ਼ਨ ਲੱਗਦਾ। ਸਰਦੂਲ ਸਿਕੰਦਰ ਸਾਹਿਬ ਜਿਹੜੇ ਕਿ ਇਸ ਦੁਨੀਆ ਦੇ ਉੱਤੇ ਨਹੀਂ, ਇੱਕ ਵਾਰੀ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਕਿਸੇ ਅਖਬਾਰ ਦੇ ਲਈ ਗੱਲਬਾਤ ਚੱਲਦੀ ਸੀਗੀ ਤੇ ਮੈਂ ਕਿਹਾ ਜੀ ਅੱਜ ਕੱਲ੍ਹ ਗੀਤਾਂ ਦੇ ਵਿੱਚ ਨੰਗ ਧੜੰਗਪੁਣਾ ਬਹੁਤ ਆ ਗਿਆ ਤੇ ਮੈਂ ਕਿਹਾ ਜੀ ਹੁਣ ਲੀੜੇ ਪਾਉਣ ਤੋਂ ਗੁਰੇਜ਼ ਕੀਤਾ ਜਾਂਦਾ, ਪਰਹੇਜ਼ ਕੀਤਾ ਜਾਂਦਾ, ਕੀ ਕਹੋਗੇ? ਕਹਿੰਦਾ ਬਸ ਇੱਕੋ ਸ਼ੇਰ ਦੇ ਵਿੱਚ ਸਾਰੀ ਗੱਲ ਕਹੂੰਗਾ कि बाप की कपड़े की मिल है मगर बच्चों को कपड़े से एलर्जी है। वाह, क्या बात है। सो खैर हुण मेरे वाले चाਹੀਦੇ ਵਿਚਾਰ ਤੇ ਆਈਏ ਟਾਣਾ ਸਾਹਿਬ। ਕਹਿੰਦੇ ਕਦੇ ਵੀ ਇਸ ਜ਼ਮਾਨੇ ਦੇ ਡਰ ਤੋਂ ਆਪਣੇ ਸਹੀ ਫੈਸਲਿਆਂ ਨੂੰ ਨਾ ਬਦਲੋ। ਕਦੇ ਵੀ ਜ਼ਮਾਨੇ ਦੇ ਡਰ ਤੋਂ ਵੀ ਕੌਣ ਕੀ ਕਹੂਗਾ
ਆਪਦੇ ਸਹੀ ਫੈਸਲਿਆਂ ਨੂੰ ਨਾ ਬਦਲੋ। ਕਿਉਂਕਿ ਇਹ ਜ਼ਮਾਨਾ ਸਿਰਫ ਨਸੀਹਤ ਦਿੰਦਾ ਹੈ, ਖਾਣ ਨੂੰ ਰੋਟੀ ਨਹੀਂ। ਵਾਹ, ਬਹੁਤ ਖੂਬ। ਇਹ ਜ਼ਮਾਨਾ ਸਿਰਫ ਰਾਇਆਂ ਦਿੰਦਾ, ਨਸੀਹਤ ਦਿੰਦਾ ਵੀ ਤੈਨੂੰ ਇਉਂ ਨਹੀਂ ਇਉਂ ਕਰ ਲੈਣਾ ਚਾਹੀਦਾ, ਕਿ ਤਿੱਤ ਕਰਦਾ। ਕਦੇ ਕੋਈ ਗੱਲ ਛੁਰਲੀ ਛੱਡ ਦੇਣੀ, ਕਦੇ ਕੋਈ ਛੱਡ ਦੇਣੀ, ਪਰ ਕਿਸੇ ਨੂੰ ਪਕਾ ਕੇ ਨਹੀਂ ਦਿੰਦਾ। ਗੱਲ ਤੁਹਾਡੀ ਬਿਲਕੁਲ ਸਹੀ ਆ। ਇਸ ਕਰਕੇ ਜਿਹੜੇ ਤੁਹਾਡੇ ਫੈਸਲੇ ਆ ਉਹਨਾਂ ਦੇ ਉੱਤੇ ਅਡਿੱਗ ਰਹੋ। ਕਦੇ ਕਿਸੇ ਦੇ ਮੂਹਰੇ ਝੁੱਕ ਕੇ ਤੇ ਆਪਦੇ ਪੈਰ ਪਿਛਾਂਹ ਨਾ ਖਿੱਚੋ, ਪਰ ਜਿੱਥੇ ਸਹੀ ਗੱਲ ਹੋਵੇ। ਪਰ ਜੇ ਤੁਸੀਂ ਗਲਤ ਹੋ ਤੇ ਜੇਕਰ ਤੁਹਾਨੂੰ ਕੋਈ ਮਾੜੀ ਮੋਟੀ ਰਾਏ ਦਿੰਦਾ, ਉਹਦੇ ਉੱਤੇ ਵੀ ਸਵੈ ਚਿੰਤਨ ਕਰੋ ਵੀ ਜੇਕਰ ਮੈਂ ਇਹਦੀ ਗੱਲ ਨੂੰ ਮੰਨ ਲੈਣਾ ਤਾਂ ਕਿਵੇਂ ਆ, ਲਾਈ ਲੱਗ ਵੀ ਨਾ ਬਣੋ ਤੇ ਇਹਦਾ ਵੀ ਬੜਾ ਨੁਕਸਾਨ ਹੁੰਦਾ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਬੋਲੀਆਂ ਦੇ ਵਿੱਚ ਬੜਾ ਫਰਕ ਹੁੰਦਾ ਜੀ। ਜਿਹੜੇ ਜਲੰਧਰ ਦੇ ਲੋਕ ਆ ਜਾਂ ਜਿਹੜੇ ਦੁਆਬਾ ਖਿੱਤੇ ਦੇ ਲੋਕ ਆ, ਉਹਨਾਂ ਦੇ ਕਈ ਸ਼ਬਦ ਹੋਰ ਤਰ੍ਹਾਂ ਦੇ ਆ। ਹਾਂਜੀ। ਸਾਡੇ ਮਲਵਈਆਂ ਦੇ ਸ਼ਬਦ ਹੋਰ ਤਰ੍ਹਾਂ ਦੇ ਆ। ਜਦੋਂ ਮੈਂ ਜਲੰਧਰ ਦੇ ਵਿੱਚ ਆਇਆ ਮੈਨੂੰ ਗੱਬੇ ਸ਼ਬਦ ਪਤਾ ਹੀ ਨਹੀਂ ਸੀ। ਤੁਹਾਨੂੰ ਮੈਂ ਦੱਸੀ ਸਕਣ ਗੱਲ। ਮੈਂ ਬੱਸ ਦੇ ਵਿੱਚ ਸਵਾਰ ਹੋਇਆ, ਕਨੈਕਟਰ ਕਹਿੰਦਾ, ਉਹ ਭਾਈ ਗੱਬੇ ਹੋ ਜਾਓ। ਮੈਂ ਹਿੱਲਿਆ ਹੀ ਨਹੀਂ, ਖੜਾ ਸੀਗਾ। ਮੈਂ ਕਿਹਾ ਮੇਰਾ ਥੋੜੀ ਗੱਬਾ ਕੋਈ। ਉਹ ਫਿਰ ਅਗਲੇ ਟਿਕਾਣੇ ਦੇ ਉੱਤੇ ਮੂਰਲੀ ਤਾਕੀ ਠਣੀ ਆ ਗਿਆ, ਕਹਿੰਦਾ ਬਾਈ ਤੈਨੂੰ ਆਖਿਆ ਸੀ ਗੱਬੇ ਹੋ ਜਾ ਤੇ ਤੂੰ ਗੱਬੇ ਨਹੀਂ ਹੁੰਦਾ। ਤੇ ਮੈਂ ਫੇਰ ਉੱਥੇ ਖੜਾ ਰਿਹਾ। ਉਹਨੇ ਮੈਨੂੰ ਫੇਰ ਡਾਂਟਿਆ, ਕਹਿੰਦਾ ਗੱਬੇ ਨਹੀਂ ਹੁੰਦਾ। ਤੇ ਯਾਰ ਖੜੇ ਰਹੇ। ਉਹ ਕਹਿੰਦਾ ਤੂੰ ਵਿਚਾਲੇ ਨਹੀਂ ਹੋਈਦਾ। ਤੇ ਮੈਂ ਕਿਹਾ ਐਂ ਕਹੇ, ਮੈਨੂੰ ਕੀ ਪਤਾ ਗੱਬਾ ਡੱਬਾ ਕੀ ਹੁੰਦਾ। ਗਾੜੀ ਪਿਛਾੜੀ ਤੁਸੀਂ ਹੋਰ ਹੀ ਗੱਲਾਂ ਕਰੀ ਜਾਂਦੇ ਆ। ਗਾੜੀ ਪਿਛਾੜੀ ਅਸੀਂ ਨਹੀਂ ਕਰਦੇ। ਉਹ ਮਾਝਾ ਖੇਤਰ ਦੇ ਵਿੱਚ ਕੁਝ ਲੋਕ ਕਹਿੰਦੇ ਆ, ਉਹ ਵੀ ਸਾਡੇ ਭੈਣ ਭਰਾ। ਪਰ ਹੁਣ ਜਿਹੜੀਆਂ ਸਬਜ਼ੀਆਂ, ਉਹਨਾਂ ਦੇ ਬਾਬਤ ਬੜੀ ਕਨਫਿਊਜ਼ਨ, ਬੜੀ ਦੁਚਿੱਤੀ ਪੈਦਾ ਹੁੰਦੀ ਸੀ ਕਈ ਵਾਰ। ਕਿਉਂਕਿ ਜਿਹਨੂੰ ਅਸੀਂ ਕੱਦੂ ਕਹਿੰਦੇ ਆ, ਉਹਨੂੰ ਤੁਸੀਂ ਕੱਦੂ ਨਹੀਂ ਕਹਿੰਦੇ। ਉਹ ਘੀਆ ਹੁੰਦਾ। ਉਹ ਘੀਆ ਹੁੰਦਾ। ਮੈਂ ਇੱਥੇ ਜਿਹੜੀ ਵੀ ਦੁਕਾਨ ਤੇ ਜਾਣਾ, ਰੇਹੜੀ ਤੇ ਜਾਣਾ, ਉਹਨੂੰ ਮੈਂ ਕਿਹਾ ਜੀ ਕੱਦੂ ਦੇ ਦੇ। ਉਹਨਾਂ ਨੇ ਸਾਨੂੰ ਉਹ ਫੜਾ ਦੇਣਾ ਜਿਹਨੂੰ ਅਸੀਂ ਪੇਠਾ ਕਹਿੰਦੇ ਆ। ਤੁਹਾਡਾ ਪੇਠਾ ਹੋਰ ਤਰ੍ਹਾਂ ਦਾ ਹੁੰਦਾ। ਟੈਣਾ ਸਾਹਿਬ, ਕਨਫਿਊਜ਼ਨ ਦੁਚਿੱਤੀ ਹੈ ਬਹੁਤ ਜ਼ਿਆਦਾ। ਦੇਖੋ, ਸਭ ਤੋਂ ਵੱਡੀ ਚੀਜ਼ ਇਹ ਕਿ ਜਿਹੜਾ ਗੋਲ ਫਿੱਕੇ ਜਿਹੇ ਹਰੇ ਰੰਗ ਦਾ ਹੁੰਦਾ, ਉਹ ਹੁੰਦਾ ਘੀਆ, ਜਿਹਨੂੰ ਤੁਸੀਂ ਕੱਦੂ ਕਹਿੰਦੇ, ਜਿਹਨੂੰ ਅਸੀਂ ਕੱਦੂ ਕਹਿੰਦੇ ਆ ਜੀ। ਜਿਹੜਾ ਉਹੀ ਲੰਬੇ ਰੂਪ ਦੇ ਵਿੱਚ ਹੋਊਗਾ, ਉਹਨੂੰ ਬੱਡ ਕਹਿ ਦਿੰਦੇ ਆ ਜਾਂ ਲੌਕੀ। ਸਾਡੇ ਉਹਨੂੰ ਅੱਲ ਕਹਿ ਦਿੰਦੇ ਆ ਜੀ, ਜਾਂ ਲੌਕੀ ਕਹਿੰਦੇ ਆ ਜੀ। ਫਿਰ ਜਿਹੜਾ ਹਰੇ ਰੰਗ ਦਾ ਡਾਰਕ ਗ੍ਰੀਨ ਕਲਰ ਦਾ ਹੁੰਦਾ, ਜਿਹੜਾ ਆ ਸਾਈਜ਼ ਦਾ ਹੁੰਦਾ, ਹਾਂਜੀ, ਉਹ ਹੁੰਦਾ ਕੱਦੂ। ਜਿਹਨੂੰ ਤੁਸੀਂ ਕੱਦੂ ਕਹਿੰਦੇ ਆ ਨਾ, ਉਹਨੂੰ ਅਸੀਂ ਪੇਠਾ ਕਹਿੰਦੇ ਆ। ਜੀ, ਪੇਠਾ ਹੁੰਦਾ ਹੈ ਲਾਈਟ ਗ੍ਰੀਨ ਕਲਰ ਦਾ। ਅੱਛਾ, ਜਿਹੜਾ ਪੇਠਾ ਮਠਿਆਈ ਵਾਲਾ, ਜੀ, ਉਹ ਪੇਠਾ ਹੁੰਦਾ। ਪਰ ਇੱਥੇ ਹੀ ਚੱਕਰ ਪੈਂਦਾ। ਹੁਣ ਮੈਂ ਤਾਂ ਮੰਨ ਗਿਆ ਵੀ ਭਾਈ ਮਾਲਵੇ 'ਚ ਜਾ ਕੇ ਕਿਵੇਂ ਕੱਦੂ ਮੰਗਣਾ ਤੇ ਇਧਰਲੇ ਪਾਸੇ ਕਿਵੇਂ ਕੱਦੂ ਮੰਗਣਾ, ਪਰ ਕਈ ਵਾਰੀ ਹੈਰਾਨੀ ਹੁੰਦੀ ਆ। ਤੁਸੀਂ ਮੈਨੂੰ ਇਹ ਦੱਸੋ ਕਿ ਜੇਕਰ ਮਤਲਬ ਤੁਸੀਂ ਕਹਿੰਦੇ ਹੋ ਕਿ ਉਹ ਕੱਦੂ ਹੁੰਦਾ ਹੈ ਤੇ ਤੁਹਾਡੀਆਂ ਸਾਰੀਆਂ ਉਹ, ਤੇ ਫਿਰ ਜਿਹੜਾ ਘੀਆ ਉਹ ਤਾਂ ਹੁੰਦਾ ਹੀ ਨਹੀਂ ਤੁਹਾਡੇ। ਕਿਉਂ? ਕੀ ਇਹਨੂੰ ਕੀ ਕਹਿੰਦੇ ਹੋ? ਅਸੀਂ ਕਹਿੰਦੇ ਆ ਕੱਦੂ ਹੁੰਦਾ ਜਿਹੜਾ, ਜਿਹਨੂੰ ਤੁਸੀਂ ਕਹਿੰਦੇ ਨੇ ਘੀਆ। ਪੇਠਾ ਆ ਹੁੰਦਾ, ਲੌਕੀ ਆ ਹੁੰਦੀ ਹੈ। ਅੱਛਾ ਜੀ, ਪਤਲੀ ਜੀ। ਪਰ ਇਹ ਸਹੀ ਨਹੀਂ ਆ ਟਾਣਾ ਸਾਹਿਬ। ਨਾ ਹੋਵੇ ਜਾਂ ਹੋਵੇ ਬਾਅਦ ਦੀ ਗੱਲ ਆ। ਮੇਰਾ ਕਹਿਣ ਦਾ ਭਾਵ ਇਹ ਆ ਵੀ ਬੋਲੀ ਦੇ ਵਿੱਚ ਫਰਕ ਹੁੰਦਾ। ਬੋਲੀ ਖਾਣਿਆਂ ਦੇ ਵਿੱਚ ਵੀ ਫਰਕ ਹੁੰਦਾ ਟਾਣਾ ਸਾਹਿਬ। ਹੁਣ ਪਿਛਲੇ ਦਿਨੀ ਤੁਸੀਂ ਮੈਨੂੰ ਗੁਆਰ ਦੀਆਂ ਫਲੀਆਂ ਲਿਆ ਕੇ ਦਿੱਤੀਆਂ, ਗੁਆਰੇ ਦੀਆਂ, ਫਿਰ ਉਸ ਤੋਂ ਬਾਅਦ ਚਿੱਬੜ ਲਿਆ ਕੇ ਦਿੱਤੇ, ਤੁਸੀਂ ਮੈਨੂੰ ਝਾੜ ਕਰੇਲੇ ਲਿਆ ਕੇ ਦਿੱਤੇ, ਹਨਾ। ਝਾੜ ਕਰੇਲੇ ਮੈਂ ਪਹਿਲਾਂ ਕਦੇ ਨਹੀਂ ਸੀ ਖਾਦੇ, ਹੋ ਸਕਦਾ ਬਹੁਤੇ ਦੁਆਬੀਆਂ ਨੇ ਖਾਦੇ ਹੋਣ, ਪਰ ਮੈਂ ਆਪਣੀ ਗੱਲ ਕਰ ਰਹੀ ਹਾਂ ਜੀ। ਉਸ ਤੋਂ ਬਾਅਦ ਚਿੱਬੜ ਮੈਂ ਪਹਿਲੀ ਵਾਰ ਤੁਹਾਡੇ ਕੋਲ ਹੀ ਵੇਖੇ ਸੀ, ਮੈਂ ਨਹੀਂ ਸੀ ਵੇਖਿਆ ਆਪਣੀ ਜ਼ਿੰਦਗੀ 'ਚ ਕਦੇ ਵੀ ਉਹ ਚਿੱਬੜ। ਫਿਰ ਉਸ ਤੋਂ ਬਾਅਦ ਗੁਆਰੇ ਦੀਆਂ ਫਲੀਆਂ ਮੈਂ ਕਦੇ ਨਹੀਂ ਸੀ ਖਾਧੀਆਂ, ਉਹ ਵੀ ਤੁਹਾਡੇ ਕੋਲੋਂ ਖਾਧੀਆਂ, ਹਨਾ। ਸੋ ਇਹ ਚੀਜ਼ਾਂ ਜਿਹੜੀਆਂ ਆ, ਖੱਖੜੀਆਂ ਮੈਂ ਪਹਿਲਾਂ ਨਹੀਂ ਸੀ ਮੈਨੂੰ ਪਤਾ ਕੀ ਹੁੰਦਾ ਹੈ। ਮੈਂ ਕੱਕੜੀ ਜ਼ਰੂਰ ਸੁਣੀ ਸੀ, ਜਿਹਨੂੰ ਤਰ ਕਹਿ ਦਿੰਦੇ ਆਪਾਂ, ਪਰ ਖੱਖੜੀ ਕੀ ਹੁੰਦੀ ਹੈ ਇਹ ਮੈਨੂੰ ਨਹੀਂ ਸੀ ਪਤਾ। ਮੈਂ ਤੁਹਾਨੂੰ ਇੱਕ ਹੋਰ ਕਮਾਲ ਦੀ ਗੱਲ ਦੱਸਦਾ। ਮੇਰੇ ਮਾਤਾ ਕਹਿੰਦੇ ਵੀ ਇੱਥੇ ਵੀ ਖੱਖੜੀ ਮਿਲਦੀ ਆ। ਮੈਂ ਕਿਹਾ ਨਹੀਂ, ਇੱਥੇ ਨਹੀਂ ਮਿਲਦੀ ਮਾਤਾ ਜੀ, ਇਹ ਆਪਣੇ ਮਾਲਵੇ ਦੇ ਵਿੱਚ ਹੀ ਮਿਲਦੀ ਆ। ਕਹਿੰਦੇ ਮੈਂ ਕੱਲ ਸਬਜ਼ੀ ਵਾਲੇ ਭਾਈ ਨੂੰ ਕਿਹਾ ਸੀ ਵੀ ਖੱਖੜੀ, ਉਹ ਕਹਿੰਦਾ ਮੈਂ ਕੱਲ ਨੂੰ ਲਿਆ ਦੂੰਗਾ, ਤੇ ਕਹਿੰਦੇ ਅੱਜ ਉਹਨੇ ਲੈ ਕੇ ਆਉਣੀ ਹੈ, ਤੈਨੂੰ ਮੈਂ ਦਿਖਾਉਂਗੀ ਵੀ ਇੱਥੇ ਵੀ ਮਿਲਦੀ ਆ। ਤੇ ਜਦੋਂ ਮੈਂ ਸ਼ਾਮ ਨੂੰ ਘਰੇ ਗਿਆ ਤੇ ਮੇਰੇ ਮੂਹਰੇ ਤਰ੍ਹਾਂ ਰੱਖੀ ਬੈਠੇ। ਕਹਿੰਦੇ ਵੀ ਆਪਾਂ ਗੱਲ ਸਹੀ ਸੀ ਤੇਰੀ, ਇੱਥੇ ਇਹਨੂੰ ਕੱਕੜੀ ਹੋਰ ਚੀਜ਼ ਹੁੰਦੀ ਆ। ਕੱਕੜੀ ਹਿੰਦੀ 'ਚ ਕਹਿੰਦੇ ਆ ਤਰ ਨੂੰ। ਹਾਂ ਜੀ, ਤੇ ਖੱਖੜੀ ਜਿਹੜੀ ਉਹ ਖੱਖੜੀ ਹੁੰਦੀ ਆ। ਕਹਿਣ ਦਾ ਭਾਵੇਂ ਵੀ ਬੋਲੀ ਦੇ ਵਿੱਚ ਅੰਤਰ ਹੁੰਦਾ। ਕਹਿੰਦੇ ਵੀ ਇੱਕ ਵਾਰੀ ਇੱਕ ਨਿਹੰਗ ਸਿੰਘ, ਗੁਰੂ ਦੀ ਲਾਡਲੀ ਫੌਜ, ਉਹਦਾ ਰੇਲ ਗੱਡੀ ਦੇ ਵਿੱਚ ਸਵਾਰ ਹੋਇਆ ਤੇ ਰੇਲ ਗੱਡੀ ਦੇ ਵਿੱਚ ਇੱਕ ਰੋਡਾ ਭੋਡਾ ਬੰਦਾ ਜਿਹੜਾ ਨਾ ਸਿਗਰਟ ਪੀ ਜਾਵੇ, ਤੇ ਨਿਹੰਗ ਸਿੰਘ ਨੇ ਉਹਨੂੰ ਕਿਹਾ ਵੀ ਭਾਈ ਇਦਾਂ ਦਾ ਕੰਮ ਨਾ ਕਰ, ਬੰਦਾ ਬਣ। ਚਾਹੀਦਾ ਵੀ ਸੀ ਐਂ ਕਹਿਣਾ, ਪਰ ਉਹ ਕਿੱਥੇ ਟਲਿਆ। ਉਹਨੇ ਜੁੱਤੀ ਦਿਖਾਈ ਉਹਨੂੰ, ਉਹ ਫੇਰ ਨੇ ਟਲਿਆ। ਉਹਨੇ ਡੰਡਾ ਕੱਢਿਆ ਤੇ ਮਾਰਿਆ ਪੁੜਪੜੀ ਦੇ ਵਿੱਚ, ਟੋਟਣ ਦੇ ਵਿੱਚ, ਤੇ ਬਾਬੂ ਥਾਈ ਚਿੱਤ ਹੋ ਗਿਆ। ਲਓ ਜੀ, ਨਿਹੰਗ ਸਿੰਘ ਦੇ ਉੱਤੇ ਕਹਿੰਦੇ ਵੀ ਪਰਚਾ ਦਰਜ ਹੋ ਗਿਆ। ਲਓ ਜੀ, ਉਹ ਅਦਾਲਤ ਦੇ ਵਿੱਚ ਖੜਾ ਤੇ ਉਹਨਾਂ ਨੇ ਆਪਣੇ ਬਿਆਨ ਕਲਮਬੱਧ ਕਰਾਏ ਆ ਆਪਣੇ ਤਰੀਕੇ ਦੇ ਨਾਲ। ਕਹਿੰਦੇ ਵੀ ਦਾਸ ਆ ਜਿਹੜੇ, ਉਹ ਭੂਤਨੀਪੁਰ ਦੇ ਵਿੱਚ ਸਵਾਰ ਹੋਏ, ਉਹਨਾਂ ਨੇ ਜਾਣਾ ਸੀ, ਸਫ਼ਰ ਤੈਅ ਕਰਨਾ ਸੀ, ਢਿੱਡ ਫੂਕਣੀ ਪੀ ਕੇ ਉਹ ਚੜੇ ਸੀਗੇ ਭੂਤਨੀਪੁਰ ਦੇ ਵਿੱਚ। ਉਸ ਤੋਂ ਬਾਅਦ ਇੱਕ ਰੋਡੇ ਭੋਡੇ ਦੇ ਉੱਤੇ ਨਿਗਾਹ ਪਾਈ, ਉਹ ਖੋਤੀ ਚੁੰਗਣੋਂ ਨਾ ਹਟੇ। ਦਾਸ ਨੇ ਉਹਨੂੰ ਬੇਨਤੀ ਕੀਤੀ ਵੀ ਖੋਤੀ ਚੁੰਗਣੀ ਬੰਦ ਕਰ ਦੇ ਨਾ, ਪਰ ਉਹ ਨਹੀਂ ਟਲਿਆ। ਦਾਸ ਨੇ ਉਹਨੂੰ ਆਪਣੀ ਚਰਨਦਾਸੀ ਦਿਖਾਈ, ਪਰ ਉਹ ਫੇਰ ਨਹੀਂ ਮੰਨਿਆ। ਜਦੋਂ ਉਹ ਨਾ ਮੰਨਿਆ ਤੇ ਉਹ ਚੁਬਾਰੇ ਦੇ ਉੱਤੇ ਚੜਿਆ ਰਿਹਾ
ਤੇ ਫਿਰ ਦਾਸ ਨੇ ਸਲੋਤਰ ਕੱਢਿਆ, ਉਹਦੀ ਟੋਟਣ 'ਚ ਜੜਤਾ, ਉਹ ਥਾਂ ਚਿੱਤ ਹੋ ਗਿਆ। ਲਓ ਜੀ, ਹੁਣ ਕਹਿੰਦੇ ਜੱਜ ਵੀ ਤੇ ਵਕੀਲ ਵੀ ਇਸ ਬਿਆਨ ਦੇ ਅਰਥ ਲੱਭੀ ਜਾਂਦੇ ਵੀ ਵਿੱਚੋਂ ਨਿਕਲਦਾ ਕੀ ਆ। ਵੀ ਖੋਦੀ ਚੁੰਗਣਾ ਕੀ ਹੁੰਦਾ ਹੈ ਤੇ ਦਾਸੀ ਚਰਨਦਾਸੀ ਕੀ ਹੁੰਦੀ ਤੇ ਸਲੋਤਰ ਕੱਢ ਕੇ ਕਿਵੇਂ ਮਾਰਿਆ। ਬਿਲਕੁਲ ਸਹੀ ਹੈ। ਹਾਂ, ਇਹ ਫਰਕ ਹੁੰਦਾ, ਇਹ ਤਰੀਕਾ ਹੁੰਦਾ, ਬੋਲੀ ਦਾ ਫਰਕ ਹੈ। ਜੱਜ ਦਾ ਵਿਚਾਰ। ਟਾਣਾ ਸਾਹਿਬ, ਅੱਜ ਇੱਕ ਮੈਂ ਬਿਆਨ ਪੜਿਆ, ਕਿਹੜਾ? ਮੈਨੂੰ ਸਮਝ ਨਹੀਂ ਆਇਆ। ਅੱਛਾ। ਮੈਂ ਕਿਹਾ ਵੀ ਤੁਸੀਂ ਮੇਰੇ ਤੋਂ ਵੱਧ ਸਿਆਣੇ ਹੋ, ਤੁਹਾਨੂੰ ਜ਼ਿਆਦਾ ਤਜਰਬਾ ਹੈ, ਤੁਹਾਨੂੰ ਜ਼ਿਆਦਾ ਗੱਲਾਂ ਬਾਰੇ ਪਤਾ ਹੈ, ਤੇ ਮੈਂ ਤੁਹਾਨੂੰ ਪੁੱਛਦੀ ਹਾਂ ਅੱਜ ਸਾਰੇ ਪਰਿਵਾਰ ਦੇ ਸਾਹਮਣੇ। ਤੁਸੀਂ ਮੈਨੂੰ ਸਿਰਫ ਪਾਰਟੀ ਦੇ ਨੇਤਾ ਦੀ ਗੱਲ ਦੱਸ ਦਿਓ, ਮੈਂ ਬਿਆਨ ਦਾ ਆਪ ਹੀ ਅੰਦਾਜ਼ਾ ਲਾ ਲੈਣਾ ਵੀ ਕੌਣ ਕੀ ਕਹਿ ਸਕਦਾ। ਸਾਡੇ ਕੇਂਦਰੀ ਖੇਤੀਬਾੜੀ ਮੰਤਰੀ ਨੇ, ਉਹਨਾਂ ਨੇ ਪੱਕਾ ਇਹ ਗੱਲ ਕਹੀ ਹੋਣੀ ਹੈ ਵੀ ਤਿੰਨੇ ਖੇਤੀ ਕਾਨੂੰਨ ਬਹੁਤ ਚੰਗੇ ਹਨ, ਇਹ ਆਮਦਨ ਦੇ ਵਿੱਚ ਵਾਧਾ ਕਰਨ ਵਾਲੇ ਹਨ, ਕਿਸਾਨ ਗੁੰਮਰਾਹ ਹੋਏ ਹਨ, ਸਾਡੀ ਸਰਕਾਰ ਤਾਂ ਕਿਸਾਨਾਂ ਦੀ ਆਰਥਿਕ ਖੁਸ਼ਹਾਲੀ ਲਈ ਵਚਨਬੱਧ ਹੈ। ਇਹ ਤਾਂ ਜੀ ਕੁਝ ਕੁ ਕਿਸਾਨ ਹੈ ਜਿਹੜੇ ਉਹ ਟੇਟੇ ਗਲਤ ਚੜੇ ਹਨ। ਜਦੋਂ ਇਹਨਾਂ ਨੂੰ ਖੇਤੀ ਕਾਨੂੰਨਾਂ ਦੀ ਅਸਲ ਅਰਥਾਂ ਦੇ ਵਿੱਚ ਸਮਝ ਆ ਗਈ, ਇਹ ਸਰਕਾਰ ਦੇ ਉੱਤੇ ਬਾਗੋ ਬਾਗ ਹੋਣਗੇ। ਆਹੀ ਗੱਲ ਕਹੀ ਉਹਨਾਂ ਨੇ। ਆਹ ਗੱਲਾਂ ਵਿੱਚ ਤਾਂ ਕਹੀਆਂ, ਪਰ ਇੱਕ ਹੋਰ ਮੁੱਖ ਗੱਲ ਜਿਹੜੀ ਉਹਨਾਂ ਨੇ ਕਹੀ, ਮਤਲਬ ਆਹ ਵਾਲੀਆਂ ਗੱਲਾਂ ਤਾਂ ਮੈਂ ਸੁਣ ਕੇ ਸਮਝ ਚੁੱਕੀ ਆ ਵੀ ਉਹ ਕੀ ਕਹਿਣਾ ਚਾਹੁੰਦੇ ਨੇ, ਕਿ ਕਿਉਂ ਕਹਿ ਰਹੇ ਨੇ। ਇਹ ਤਾਂ ਜਿਵੇਂ 26 ਜਨਵਰੀ ਤੇ 15 ਅਗਸਤ ਦੇ ਮੌਕੇ ਦਿੱਤੇ ਹੋਏ ਭਾਸ਼ਣਾਂ ਵਰਗੀਆਂ ਗੱਲਾਂ ਵੀ ਭਾਈ ਸਾਡੀ ਸਰਕਾਰ ਨੇ ਦੇਸ਼ ਬਚਾ ਲਿਆ, ਆਜ਼ਾਦੀ ਤੋਂ ਬਾਅਦ ਜਿਹੜਾ ਵੀ ਵਿਕਾਸ ਕੀਤਾ ਅਸੀਂ ਕੀਤਾ, ਤੇ ਅਸੀਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਕੇ ਦਿਖਾਵਾਂਗੇ। ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜ ਵਰਗਾ ਸਮਾਜ ਸਿਰਜਾਂਗੇ। ਇਹ ਉਹੋ ਜਿਹੀਆਂ ਗੱਲਾਂ। ਪਰ ਇੱਕ ਗੱਲ, ਮੁੱਖ ਗੱਲ ਜਿਹੜੀ ਉਹਨਾਂ ਨੇ ਕਹੀ, ਉਹ ਮੇਰੇ ਉੱਪਰੋਂ ਦੀ ਲੰਘ ਗਈ, ਮੈਨੂੰ ਪਤਾ ਨਹੀਂ ਲੱਗਿਆ ਉਹ ਕੀ ਕਹਿਣਾ ਚਾਹੁੰਦੇ ਆ। ਉਹ ਕਹਿੰਦੇ ਕਿ ਕਿਸਾਨ ਜਿਹੜੇ ਨੇ ਉਹ ਖੇਤੀ ਕਾਨੂੰਨਾਂ ਨੂੰ ਛੱਡ ਕੇ ਹੋਰ ਕਿਸੇ ਵੀ ਗੱਲ ਬਾਰੇ ਗੱਲ ਕਰਨਾ ਚਾਹਣ ਤਾਂ ਮੋਸਟ ਵੈਲਕਮ ਹੈ। ਨਹੀਂ, ਹੋਰ ਇਹਨਾਂ ਦੇ ਨਾਲ ਕੀ ਗੱਲ ਕਰਨ ਵੀ ਕਿਵੇਂ ਸੇ ਠੀਕ ਆ, ਪਰਿਵਾਰ ਕਿਵੇਂ ਆ, ਸਭ ਠੀਕ ਚੱਲਦਾ। ਪੱਛਮੀ ਬੰਗਾਲ 'ਚ ਤੁਹਾਨੂੰ ਵਧੀਆ ਮਾਂਜਾ ਲੱਗਾ, ਠੀਕ ਹੋ ਹੁਣ? ਤੁਹਾਡਾ ਬੁਰਾ ਹਾਲ ਕੀਤਾ ਪੰਚਾਇਤੀ ਚੋਣਾਂ 'ਚ ਯੂਪੀ ਦੇ ਵਿੱਚ, ਠੀਕ ਠਾਕ ਹੋ? ਹੁਣ ਤੁਹਾਡਾ ਅਸੀਂ ਯੂਪੀ 'ਚ ਕਰਾਂਗੇ। ਮੈਨੂੰ ਸਮਝ ਨਹੀਂ ਆਈ ਟਾਣਾ ਸਾਹਿਬ ਵੀ ਜੇਕਰ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਹੋ ਵੀ ਅਸੀਂ ਗੱਲਬਾਤ ਲਈ ਤਿਆਰ ਹਾਂ, ਇੱਕ ਪਾਸੇ ਪ੍ਰਧਾਨ ਮੰਤਰੀ ਸਾਹਿਬ ਵੀ ਕਹਿੰਦੇ ਇੱਕ ਫੋਨ ਕਾਲ ਦੀ ਦੂਰੀ ਆ, ਆਓ ਆਪਾਂ ਗੱਲਬਾਤ ਕਰਦੇ ਹਾਂ, ਇੱਕ ਪਾਸੇ ਵਾਰ-ਵਾਰ ਤੁਹਾਡੇ ਮੰਤਰੀਆਂ ਸੰਤਰੀਆਂ ਵੱਲੋਂ ਇਹ ਕਿਹਾ ਜਾਂਦਾ ਕਿ ਗੱਲਬਾਤ ਦੇ ਨਾਲ ਹੀ ਹੱਲ ਨਿਕਲੂਗਾ, ਤੇ ਦੂਜੇ ਪਾਸੇ ਤੁਸੀਂ ਇਹ ਬਿਆਨ ਦਿੰਦੇ ਹੋ ਕਿ ਆਹ ਗੱਲ ਛੱਡ ਕੇ ਬਾਕੀ ਜਿਹੜੀ ਮਰਜ਼ੀ ਗੱਲ ਕਰ ਲਓ ਅਸੀਂ ਤਿਆਰ ਹਾਂ। ਉਸ ਗੱਲ ਦੇ ਕਰਕੇ ਤਾਂ ਬੈਠੇ ਹੋਏ ਆ। ਤੁਸੀਂ 3 ਖੇਤੀ ਕਾਨੂੰਨ ਬਣਾਏ ਜੀ, ਜਿਨ੍ਹਾਂ ਲਈ ਬਣਾਏ ਉਹਨਾਂ ਨੂੰ ਉਹ ਮਨਜ਼ੂਰ ਨਹੀਂ। ਤੁਹਾਨੂੰ ਤਾਂ ਮਾਫੀ ਮੰਗ ਕੇ ਉਹ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਆ, ਤੇ ਇਹ ਗੱਲ ਕਹਿਣੀ ਚਾਹੀਦੀ ਹੈ ਵੀ ਹੁਣ ਅਸੀਂ ਕਿਸਾਨ ਆਗੂਆਂ ਨਾਲ ਗੱਲ ਕਰਕੇ, ਕੱਲੇ ਪੰਜਾਬ ਦੇ ਨਹੀਂ ਸਮੁੱਚੇ ਭਾਰਤ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਅਸੀਂ ਫੇਰ ਨਵੇਂ ਸਿਰੇ ਤੋਂ ਕਾਨੂੰਨ ਬਣਾਵਾਂਗੇ। ਗਲਤੀ ਮਨੁੱਖ ਤੇ ਹੀ ਹੁੰਦੀ ਆ, ਮਨੁੱਖ ਗਲਤੀ ਮੰਨ ਲਵੇ, ਇਹਦੇ ਵਰਗੀ ਰੀਸ ਕੋਈ ਨਹੀਂ। ਚਾਹੀਦਾ ਤਾਂ ਇਹ ਆ ਵੀ ਭਾਈ ਅਸੀਂ ਜੇਕਰ ਤੁਸੀਂ ਚਾਹੁੰਦੇ ਆ ਤਾਂ ਅਸੀਂ ਉਵੇਂ ਕਰ ਲੈਨੇ ਆ, ਕਿਉਂਕਿ ਤੁਸੀਂ ਹੀ ਸਾਨੂੰ ਵੋਟਾਂ ਪਾ ਕੇ ਇੱਥੋਂ ਤੱਕ ਪਹੁੰਚਾਇਆ। ਪਰ ਇਹ ਕਿਹੜੀ ਗੱਲ ਹੋਈ ਕਿ ਜੀ ਅਸੀਂ ਖੇਤੀ ਕਾਨੂੰਨ ਤਾਂ ਨਹੀਂ ਰੱਦ ਕਰਨੇ, ਜੇ ਕੋਈ ਹੋਰ ਗੱਲ ਕਰਨੀ ਤਾਂ ਜਿੱਥੇ ਮਰਜ਼ੀ ਆ ਜਾਏ। ਨਾਲੇ ਹੋਰ ਕਿਹੜੀ ਗੱਲ ਤੁਹਾਡੇ ਨਾਲ ਕਰਨੀ ਹੈ? ਤੁਹਾਡੇ ਨਾਲ ਕੋਈ ਰਿਸ਼ਤੇਦਾਰੀਆਂ ਗੰਢਣੀਆਂ ਨੇ ਉਹਨਾਂ ਨੇ, ਜਾਂ ਤੁਹਾਨੂੰ ਕੋਈ ਹੋਰ ਗੱਲਬਾਤ ਉਹਨਾਂ ਨੇ ਪੁੱਛਣੀ ਹੈ? ਉਹਨਾਂ ਨੂੰ ਹੋਰ ਕਿਸੇ ਗੱਲਬਾਤ ਨਾਲ ਕੀ ਮਤਲਬ? ਉਹ ਆਪਣੇ ਮਸਲੇ ਲੈ ਕੇ ਉੱਥੇ ਬੈਠੇ ਨੇ, ਆਪਣੇ ਹੱਕਾਂ ਦੀ ਮੰਗ ਉਹ ਕਰ ਰਹੇ ਨੇ। ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਉਹ ਗੱਲਾਂ ਉਹਨਾਂ ਨੂੰ ਪਸੰਦ ਨਹੀਂ, ਤੁਹਾਡੇ ਕਾਨੂੰਨ ਉਹਨਾਂ ਨੂੰ ਪਸੰਦ ਨਹੀਂ। ਉਹ ਨਹੀਂ ਚਾਹੁੰਦੇ ਕਿ ਜਿਵੇਂ ਤੁਸੀਂ ਵਾਰ-ਵਾਰ ਇਹ ਗੱਲਾਂ ਕਹਿੰਦੇ ਹੋ ਵੀ ਅਸੀਂ ਖੁਸ਼ਹਾਲ ਕਰਨਾ ਕਿਸਾਨ ਨੂੰ, ਅਸੀਂ ਆਹ ਕਰਨਾ ਉਹ ਕਰਨਾ, ਉਹਨਾਂ ਨੂੰ ਨਹੀਂ ਇਹ ਗੱਲਾਂ ਪਸੰਦ। ਤੇ ਤੁਸੀਂ ਕਹਿ ਦਿਓ ਵੀ ਠੀਕ ਆ ਭਾਈ, ਤੁਹਾਡੇ ਲਈ ਸੀ, ਤੁਹਾਨੂੰ ਨਹੀਂ ਪਸੰਦ, ਆਪਾਂ ਰੱਦ ਕਰ ਦਿੱਤੇ, ਹੈ ਨਾ? ਮਸਲਾ ਤਾਂ ਸਿਰਫ ਇਹ ਹੈ ਨਾ। ਮੈਨੂੰ ਤਾਂ ਅੱਜ ਤੱਕ ਹਰਮਨ ਜੀ ਉਹ ਕਿਸਾਨ ਆਗੂ ਨਹੀਂ ਲੱਭੇ ਜਿਹੜੇ ਇਹ ਗੱਲ ਕਹਿੰਦੇ ਹੁੰਦੇ ਵੀ ਸਾਨੂੰ ਇਹ ਸਾਰੇ ਖੇਤੀ ਕਾਨੂੰਨ ਪਸੰਦ ਆ ਜੀ, ਸਾਨੂੰ ਜੋ ਵੀ ਕੇਂਦਰ ਦੀ ਸਰਕਾਰ ਕਹਿੰਦੀ ਆ ਉਹ ਖਿੜੇ ਮੱਥੇ ਪ੍ਰਵਾਨ ਆ। ਵਾਰ-ਵਾਰ ਇਹ ਗੱਲ ਕਹਿੰਦੇ, ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਸਾਡੇ ਹੱਕ ਦੇ ਵਿੱਚ ਆ, ਵੀ ਦੋਵਾਂ ਚੌਵਾਂ ਦੇ ਨਾਂ ਤਾਂ ਲੈ ਦਿਓ ਵੀ ਆ ਸਾਡੇ ਹੱਕ ਦੇ ਵਿੱਚ ਆ, ਜਾਂ ਜਿੰਨੇ ਕਿਸਾਨ ਵਿਰੋਧ ਕਰਨ ਦੇ ਲਈ ਬੈਠੇ ਆ ਉਹਨੇ ਇਹਦੇ ਹੱਕ ਦੇ ਵਿੱਚ ਵੀ ਪ੍ਰਦਰਸ਼ਨ ਭਾਰਤ ਦੇ ਕਿਹੜੇ ਹਿੱਸੇ ਦੇ ਵਿੱਚ ਕਰ ਰਹੇ ਆ, ਸਾਨੂੰ ਇਹ ਤਾਂ ਦਿਖਾ ਦਿਓ। ਬਿਲਕੁਲ ਸਹੀ। ਪਤਾ ਨਹੀਂ ਕਿਉਂ ਆਪਾਂ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰ ਰਹੇ ਆ, ਕਿਉਂ ਆਪਾਂ ਨੂੰ ਤਰਸ ਵੀ ਨਹੀਂ ਆ ਰਿਹਾ, ਕਿਉਂ ਆਪਾਂ ਇਹ ਵੀ ਨਹੀਂ ਸੋਚ ਰਹੇ ਕਿ ਜਿਹੜੇ ਲੋਕ ਉੱਥੇ ਏਡੀ ਵੱਡੀ ਤਾਦਾਦ ਦੇ ਵਿੱਚ ਬੈਠੇ ਨੇ, ਗਿਣਤੀ ਦੇ ਵਿੱਚ ਬੈਠੇ ਨੇ, ਉਹਨਾਂ ਨੇ ਕੱਲ ਨੂੰ ਵੋਟਾਂ ਪਾਉਣੀਆਂ, ਬਾਅਦ ਚ ਵੀ ਤਾਂ ਹੱਥ ਬੰਨ ਕੇ ਇਹਨਾਂ ਕੋਲ ਜਾਓਗੇ ਵੀ ਵੋਟ ਸਾਨੂੰ ਪਾਇਓ, ਸਾਨੂੰ ਪਾਇਓ, ਸਾਨੂੰ ਪਾਇਓ। ਉਹਨਾਂ ਦੇ ਮਸਲੇ ਅੱਜ ਤੁਸੀਂ ਹੱਲ ਕਰੋ, ਅਗਲੇ ਆਪਣੇ ਆਪ ਤੁਹਾਡੇ ਨਾਲ ਹੋ ਤੁਰਨਗੇ। ਪਹਿਲੀ ਗੱਲ ਤਾਂ ਤੋਮਰ ਸਾਹਿਬ ਨੂੰ ਹੱਥ ਜੋੜ ਕੇ ਇਹ ਆ ਵੀ ਕੀ ਤੁਸੀਂ ਜਾਂ ਤੁਹਾਡੀ ਕੈਬਨਿਟ ਦਾ ਕੋਈ ਮੰਤਰੀ ਜਾਂ ਤੁਹਾਡੇ ਬਾਕੀ ਵੱਖ-ਵੱਖ ਅਹੁਦੇਦਾਰ ਪੌਣੇ 7 ਮਹੀਨਿਆਂ ਤੋਂ ਟਰਾਲੀਆਂ ਦੇ ਵਿੱਚ ਬਹਿ ਸਕਦੇ ਹੋ? ਪੌਣੇ 7 ਮਹੀਨੇ ਛੱਡੋ, ਪੌਣੇ 7 ਦਿਨ ਤੇ ਹੀ ਆਓ। ਕੀ ਟਰਾਲੀਆਂ ਦੇ ਵਿੱਚ ਬੈਠ ਸਕਦੇ ਹੋ ਜਦੋਂ 44 ਡਿਗਰੀ ਤਾਪਮਾਨ ਹੋ ਜੇ? ਤੁਸੀਂ ਇੱਕ ਪਾਸੇ ਗੱਲ ਕਹਿੰਦੇ ਕਿਸਾਨ ਅੱਗੇ ਆਉਣ, ਕਿਸਾਨ ਇਸ ਤੋਂ ਅੱਗੇ ਕਿੱਥੇ ਜੇ ਪਹੁੰਚਣ ਤੁਸੀਂ ਦੱਸੋ ਤਾਂ ਸਹੀ। 35 ਕਿਲੋਮੀਟਰ ਪਿੱਛੇ ਬੈਠੇ ਦਿੱਲੀ ਤੋਂ, ਉਹ ਤੁਹਾਡੀਆਂ ਗੱਡੀਆਂ ਦੇ ਮੂਹਰੇ ਹਰ ਰੋਜ਼ ਹੀ ਆ ਰਹੇ ਆ ਤੁਹਾਨੂੰ ਘੇਰਨ ਦੇ ਲਈ, ਪਰ ਤੁਸੀਂ ਉੱਥੇ ਗੱਲ ਸੁਣ ਕੇ ਹੀ ਨਹੀਂ ਰਾਜ਼ੀ।
ਗੱਲ ਮੰਨ ਕੇ ਨਹੀਂ ਰਾਜ਼ੀ। ਜੀ। ਬੀਜੇਪੀ ਦੇ ਤੇ ਜਨਨਾਇਕ ਜਨਤਾ ਪਾਰਟੀ ਦੇ ਕਈ ਨੇਤਾ ਆਪਣੀ ਜਾਨ ਛਡਾਉਣ ਦੇ ਲਈ ਮਾਫੀਆਂ ਮੰਗਦੇ ਆ, ਸਾਨੂੰ ਜਾ ਲੈਣ ਦਿਓ, ਸਾਡਾ ਕਸੂਰ ਕੋਈ ਜੀ। ਨਹੀਂ। ਪਰ ਜਦੋਂ ਦੂਰ ਚਲੇ ਜਾਂਦੇ ਆ ਉਦੋਂ ਫਿਰ ਕਹਿੰਦੇ ਆ ਕਾਨੂੰਨ ਵਧੀਆ ਹਨ। ਇਹ ਗੁੰਮਰਾਹ ਹੋਏ ਹਨ ਜੀ। ਵੀ ਤੁਸੀਂ ਕਿਹਨੂੰ ਬੇਵਕੂਫ ਬਣਾਉਨੇ ਆ। ਬਿਲਕੁਲ ਸਹੀ। ਔਰ ਤੁਸੀਂ ਇਹ ਵੇਖੋ ਕੱਲ ਬਰਨਾਲੇ ਦੇ ਵਿੱਚ ਵੀ ਜੋ ਕੁਝ ਹੋਇਆ ਉਹਨੇ ਵਾਕਈ ਬਹੁਤ ਹੈਰਾਨ ਕਰ ਦਿੱਤਾ ਕਿ ਉੱਥੇ ਮਰਹੂਮ ਜਿਹੜੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਉਹਨਾਂ ਦੇ ਘਰ ਦੇ ਵਿੱਚ ਇੱਕ ਬੀਜੇਪੀ ਦਾ ਆਗੂ ਗਿਆ, ਜੀ। ਕਿਸਾਨ ਉੱਥੇ ਵੱਡੀ ਗਿਣਤੀ 'ਚ ਪਹੁੰਚ ਗਏ ਤੇ ਜਿਹੜਾ ਉਹ ਆਗੂ ਆ ਉਹ ਬਹਿ ਕੇ ਨਿਕਲਿਆ, ਪੁਲਿਸ ਨੇ ਉਹਨੂੰ ਬੜੀ ਮੁਸ਼ਕਲ ਦੇ ਨਾਲ ਉੱਥੋਂ ਕੱਢੇ ਤੇ ਜਾਂਦਾ ਜਾਂਦਾ ਉਹ ਕਈ ਕਿਸਾਨਾਂ ਦੇ ਫੇਟ ਵੀ ਮਾਰ ਗਿਆ ਆਪਣੀ ਗੱਡੀ ਦੇ ਨਾਲ। ਸਹੀ ਗੱਲ ਹੈ। ਤੇ ਹੁਣ ਉਹਨਾਂ ਦੇ ਉੱਪਰ ਕਿਉਂ ਨਹੀਂ ਪਰਚਾ ਦਰਜ ਕਰਦੇ ਵੀ ਕਿਸਾਨਾਂ ਨੂੰ ਜ਼ਖਮੀ ਕੀਤਾ ਹੈ, ਕਿਸਾਨਾਂ ਨੂੰ ਉਹਨਾਂ ਦੀ ਜਾਨ ਨੂੰ ਖਤਰਾ ਪੈਦਾ ਹੋਇਆ ਹੈ, ਹੁਣ ਕੋਈ ਵੀ ਨਹੀਂ ਬੋਲਦਾ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਜਿਹੜੇ ਬੰਦੇ ਦੇ ਜਿਹੋ ਜਿਹੇ ਖਿਆਲਾਤ ਹੋਣ ਜੀ, ਉਹ ਬੰਦਾ ਕਿਤੇ ਵੀ ਚਲਾ ਜਾਵੇ, ਕਿਸੇ ਵੀ ਥਾਂ ਤੇ ਜਾ ਕੇ ਨਤਮਸਤਕ ਹੋਵੇ, ਕਿਸੇ ਵੀ ਦੇਸ਼ 'ਚ ਚਲਾ ਜਾਵੇ, ਰਹਿੰਦਾ ਉਹੋ ਜਿਹਾ ਹੀ ਆ। ਉਹ ਤਾਂ ਹੈ ਹੀ ਉਹਦੀ ਆ। ਚਿੱਪ ਇਹ ਤਾਂ ਹੈ ਨਹੀਂ ਵੀ ਕੱਢ ਕੇ ਤੇ ਆਪਾਂ ਨਵੇਂ ਸਿਰੇ ਤੋਂ ਪਾਤੀ ਆ, ਅੱਜ ਤੋਂ ਬਾਅਦ ਉਹ ਇਉਂ ਚੱਲੂਗਾ। ਰਹਿੰਦਾ ਉਹੋ ਜਿਹਾ ਹੀ ਆ। ਜੀ। ਵੱਢ ਖਾਣੇ ਨੇ ਵੱਢ ਖਾਣੇ ਰਹਿਣਾ, ਮਿੱਠੇ ਨੇ ਮਿੱਠਾ ਹੀ ਰਹਿਣਾ, ਕਿ ਤਿੱਤੀ ਨੇ ਕਿ ਤਿੱਤੀ ਰਹਿਣਾ। ਜਿਹੜਾ ਬੰਦਾ ਖੋਰ ਰੱਖਦਾ ਉਹਨੇ ਖੋਰ ਹੀ ਰੱਖਣਾ, ਜਿਹੜਾ ਬੰਦਾ ਅੰਦਰੋਂ ਉਬਲਦਾ ਉਹਨੇ ਉਬਲਦਾ ਹੀ ਰਹਿਣਾ। ਕਈ ਬੰਦਿਆਂ ਨੂੰ ਮੈਂ ਦੇਖਦਾ ਹੁੰਨਾ, ਉਹ ਕਿਸੇ ਨਾਲ ਘੱਟ ਲੜਦੇ, ਆਪਦੇ ਆਪ ਨਾਲ ਵੱਧ ਲੜਦੇ ਆ। ਐਂ ਥੋੜੀ ਹੁੰਦਾ, ਐਂ ਜੇ ਕਰਦੇ ਰਹਿਣਗੇ। ਮੈਨੂੰ ਹੈਰਾਨੀ ਹੁੰਦੀ ਇਸ ਗੱਲ ਦੇ ਉੱਤੇ। ਜੀ। ਹੁਣ ਕੰਗਣਾ ਰਣੌਤ ਦੀ ਗੱਲ ਆ। ਕੰਗਣਾ ਰਣੌਤ ਪਿਛਲੇ ਦਿਨੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਆਈ ਸੀ। ਵੈਸੇ ਤਾਂ ਉਹਨਾਂ ਯੋਧਿਆਂ ਦੇ ਬਾਰੇ ਵੀ ਕੀ ਕਹਿ ਗਏ ਜਿਹੜੇ ਉੱਥੇ ਉਹਦੇ ਨਾਲ ਫੋਟੋਆਂ ਖਿਚਵਾਉਣ ਦੇ ਲਈ ਜੁੱਤੋ ਜੁੱਤੀ ਹੁੰਦੇ ਰਹੇ ਆ। ਕਈ ਲੋਕਾਂ ਨੇ ਫੋਟੋਆਂ ਖਿਚਵਾਉਣ ਦੇ ਲਈ ਖਿੱਚਤੂ ਕੀਤੀ ਇੱਕ ਦੂਜੇ ਦੀ। ਇਸ ਕਰਕੇ ਕਿ ਸ਼ਾਇਦ ਉਹ ਕਿਸਾਨਾਂ ਨੂੰ ਅੱਤਵਾਦੀ ਕਹਿੰਦੀ ਆ, ਇਸ ਕਰਕੇ ਵੀ ਸ਼ਾਇਦ ਉਹ ਇੱਕ ਧਰਮ ਵਿਸ਼ੇਸ਼ ਦੀ ਗੱਲ ਕਰਦਿਆਂ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਭੁੱਲ ਜਾਂਦੀ ਆ। ਚਲੋ ਇਹ ਵੀ ਗੱਲ ਇੱਕ ਪਾਸੇ ਰੱਖ ਦਿਓ। ਉਹਨੇ ਨਾ ਹੁਣ ਇੱਕ ਆਪਦੇ ਸੋਸ਼ਲ ਮੀਡੀਆ ਦੇ ਖਾਤੇ ਦੇ ਉੱਤੇ ਤਸਵੀਰ ਪਾਈ ਆ, ਫੋਟੋ ਪਾਈ ਆ, ਜਿਹਦੇ ਵਿੱਚ ਉਹ ਮੱਥਾ ਟੇਕ ਰਹੀ ਆ ਦਰਬਾਰ ਸਾਹਿਬ, ਤੇ ਥੱਲੇ ਇਹ ਲਿਖਿਆ ਵੀ ਜਿਹੜੇ ਗੁਰੂ ਨਾਨਕ ਦੇਵ ਜੀ ਆ ਨਾ, ਇਹ ਵੀ ਹਿੰਦੂ ਸੀ। 10 ਜਿਹੜੇ ਸਿੱਖ ਗੁਰੂ ਆ ਇਹ ਵੀ ਹਿੰਦੂ ਸੀ ਅਸਲ ਦੇ ਵਿੱਚ। ਉਹ ਕਹਿੰਦੀ ਵੀ ਜਦੋਂ ਭਾਰਤ ਦੇ ਵਿੱਚ ਆਪਾ ਧਾਪੀ ਪਈ ਸੀ, ਇਸਲਾਮ ਦੇ ਵੱਲੋਂ ਲੋਕਾਂ ਨੂੰ ਵਧੋੜਿਆ ਜਾ ਰਿਹਾ ਸੀ, ਉਸ ਵਕਤ ਇੱਕ ਹਿੰਦੂ ਵਿਅਕਤੀ ਪੈਦਾ ਹੋਇਆ ਗੁਰੂ ਨਾਨਕ ਦੇਵ, ਉਹਦੇ ਵੱਲੋਂ ਲੋਕਾਂ ਦਾ ਪਾਰ ਉਤਾਰਾ ਕੀਤਾ ਗਿਆ ਤੇ 10 ਗੁਰੂ ਆ ਜਿਹੜੇ ਇਹ ਹਿੰਦੂ ਧਰਮ ਦੇ ਵਿੱਚੋਂ ਸੀਗੇ। ਤੇ ਕਹਿਣ ਦਾ ਭਾਵ ਇਹ ਆ ਵੀ ਲੋਕਾਂ ਦੀ ਲੜਾਈ ਉਹਨੇ ਫੇਰ ਪਵਾਉਣ ਦੀ ਕੋਸ਼ਿਸ਼ ਕੀਤੀ ਆ। ਥੱਲੇ ਟਿੱਪਣੀਆਂ ਦੇ ਰੂਪ ਦੇ ਵਿੱਚ ਅੱਧੇ ਕੁ ਲੋਕ ਸਿੱਖਾਂ ਨੂੰ ਮਾੜਾ ਕਹੀ ਜਾਂਦੇ ਆ, ਕਈ ਲੋਕ ਹਿੰਦੂਆਂ ਦੇ ਉੱਤੇ ਗਲਤ ਟਿੱਪਣੀਆਂ ਕਰੀ ਜਾਂਦੇ ਆ। ਅਸੀਂ ਚਾਹੁੰਦੇ ਆ ਕਿ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਵੇ, ਪਰ ਇਹ ਲੋਕ ਧਿੱਤਾ ਕਰਨੋਂ ਬਾਜ਼ ਨਹੀਂ ਆਉਂਦੇ। ਪਹਿਲੀ ਗੱਲ ਤਾਂ ਟਾਣਾ ਸਾਹਿਬ ਜਿਹੜੇ ਲੋਕ ਟਿੱਪਣੀਆਂ ਕਰ ਰਹੇ ਆ ਉਹਨਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਆ ਵੀ ਜੋ ਵੀ ਤੁਸੀਂ ਕਹਿ ਰਹੇ ਹੋ, ਚਾਹੇ ਕੋਈ ਹਿੰਦੂ ਧਰਮ ਦੇ ਬਾਰੇ 'ਚ ਕਹੇ, ਚਾਹੇ ਕੋਈ ਸਿੱਖ ਧਰਮ ਦੇ ਬਾਰੇ 'ਚ ਕਹੇ, ਉਹ ਜ਼ਰਾ ਆਪਣੇ ਆਪ ਨੂੰ ਚਿੰਤਨ ਕਰਕੇ ਵੇਖ ਲੈਣ ਕਿ ਉਹ ਆਪ ਉਸ ਧਰਮ ਦੇ ਬਾਰੇ 'ਚ ਕਿੰਨਾ ਕੁ ਜਾਣਦੇ ਨੇ। ਟਿੱਪਣੀ ਕਰਨਾ ਤਾਂ ਮਨੁੱਖ ਨੇ ਆਪਦਾ ਅਧਿਕਾਰ ਬਣਾ ਲਿਆ, ਪਰ ਟਿੱਪਣੀ ਕਿਹੋ ਜਿਹੀ ਕਰਨੀ ਹੈ ਇਹਦੀ ਅਕਲ ਨਹੀਂ ਆਈ। ਬਿਲਕੁਲ, ਜਿਹੜਾ ਬੰਦਾ ਹਿੰਦੂ ਧਰਮ ਦੇ ਬਾਰੇ 'ਚ ਕੁਝ ਵੀ ਕਹਿ ਰਿਹਾ ਉਹ ਆਪਣੇ ਆਪ ਦੇ ਵਿੱਚ ਵਿਚਾਰ ਕਰ ਰਿਹਾ ਵੀ ਉਹ ਹਿੰਦੂ ਧਰਮ ਦੇ ਬਾਰੇ 'ਚ ਕਿੰਨਾ ਕੁ ਗਿਆਨ ਰੱਖਦਾ ਤੇ ਫਿਰ ਉਹਨੂੰ ਬੋਲਣ ਦਾ ਹੱਕ ਹੈ। ਤੇ ਜਿਹੜਾ ਬੰਦਾ ਸਿੱਖ ਧਰਮ ਦੇ ਬਾਰੇ 'ਚ ਟਿੱਪਣੀ ਕਰ ਰਿਹਾ ਉਹ ਪਹਿਲਾਂ ਆਪਣੇ ਆਪ ਦੇ ਵਿੱਚ ਇਹ ਸੋਚ ਲੈ ਵੀ ਉਹ ਸਿੱਖ ਧਰਮ ਬਾਰੇ ਕਿੰਨਾ ਕੁ ਜਾਣਦਾ ਹੈ, ਫਿਰ ਜਾ ਕੇ ਉਹ ਬੋਲੇ। ਦੂਸਰੀ ਗੱਲ ਇਹ ਹੈ ਕਿ ਇਸ ਬੀਬੀ ਨੇ ਤਾਂ ਠੇਕਾ ਹੀ ਲਿਆ ਹੋਇਆ, ਇਹਦੇ ਕੋਲ ਕੋਈ ਹੋਰ ਕੰਮ ਹੈ ਨਹੀਂਗਾ। ਇਹ ਹਰ ਰੋਜ਼ ਸਿਰਫ ਤੇ ਸਿਰਫ ਸੁਰਖੀਆਂ ਦੇ ਵਿੱਚ ਰਹਿਣਾ ਚਾਹੁੰਦੀ ਹੈ। ਇਹ ਹਰ ਰੋਜ਼ ਇਹ ਚਾਹੁੰਦੀ ਹੈ ਕਿ ਮੇਰੀ ਗੱਲ ਹੋਵੇ ਤੇ ਬਸ ਉਹਦੇ ਲਈ ਇਹ ਕਦੇ ਵੀ ਕੁਝ ਵੀ ਕਿਤੇ ਵੀ ਕਿਵੇਂ ਵੀ ਕਹਿ ਦਿੰਦੀ ਹੈ। ਜੇ ਕਿਸੇ ਹੋਰ ਨੇ ਇਹੋ ਜਿਹੀ ਟਿੱਪਣੀ ਕੀਤੀ ਹੋਵੇ ਤਾਂ ਕਿੰਨੇ ਵੱਡੇ ਪੱਧਰ ਦੇ ਉੱਤੇ ਰੌਲਾ ਪੈ ਜਾਣਾ, ਕਿੰਨੇ ਪੁਤਲੇ ਫੂਕੇ ਜਾਣੇ ਸੀ ਹੁਣ ਤੱਕ। ਪਰ ਕਿਉਂਕਿ ਸਰਕਾਰਾਂ ਦੀ ਚਹੇਤੀ ਆ, ਉਹਨਾਂ ਦੀ ਬੁਲਾਰਨ ਆ, ਇਸ ਕਰਕੇ ਕੁਝ ਨਹੀਂ ਹੋਇਆ। ਨਹੀਂ ਬੋਲੇ, ਸਾਡੇ ਵੱਲੋਂ ਉਹਨੂੰ ਜਿੱਥੋਂ ਮਰਜ਼ੀ ਟਿਕਟ ਦੇ ਦੇਣ, ਉਹਨੂੰ ਐਮਪੀ ਦੀ ਚੋਣ ਲੜਾ ਦੇਣ, ਉਹਨੂੰ ਰਾਜ ਸਭਾ ਦੀ ਮੈਂਬਰੀ ਦੇ ਦੇਣ, ਉਹਨੂੰ ਜੋ ਮਰਜ਼ੀ ਕਰ ਦੇਣ, ਕਿਸੇ ਨੂੰ ਕੋਈ ਵੀ ਤੰਗੀ ਨਹੀਂ ਹੈਗੀ ਟਾਣਾ ਸਾਹਿਬ। ਕਿਉਂਕਿ ਪਹਿਲਾਂ ਜਿਹੜੇ ਚੁਣੇ ਸੀ ਉਹਨਾਂ ਨੇ ਕਿੰਨਾ ਕੁ ਸਵਾਰਿਆ ਇਹ ਵੀ ਆਪਾਂ ਸਾਰੇ ਜਾਣਦੇ ਆ, ਤੇ ਇਹਨੇ ਚੁਣ ਹੋਣ ਤੋਂ ਬਾਅਦ ਕਿੰਨਾ ਕੁ ਸਵਾਰ ਦੇਣਾ ਇਹ ਵੀ ਸਾਰੇ ਜਾਣਦੇ ਨੇ। ਪਰ ਗੱਲ ਇਹ ਹੈ ਕਿ ਬੰਦੇ ਨੂੰ ਇੱਕ ਲਹਿਜ਼ੇ ਦੇ ਵਿੱਚ ਕੁਝ ਕੁ ਆਪਣੇ ਅੰਦਰ ਇੱਕ ਮਤਲਬ ਸੱਭਿਅਕ ਤਰੀਕੇ ਦੇ ਨਾਲ ਕੁਝ ਕੁ ਲਿਮਿਟੇਸ਼ਨਸ ਸੈੱਟ ਕਰਕੇ ਕਿ ਆਪਣਾ ਇੱਕ ਦਾਇਰਾ ਸੀਮਤ ਕਰਕੇ ਤੇ ਫੇਰ ਬੋਲਣਾ ਚਾਹੀਦਾ। ਬਿਲਕੁਲ ਜੀ, ਤੋਲ ਕੇ ਬੋਲਣਾ ਚਾਹੀਦਾ। ਗੱਲ ਇਹ ਆ, ਦਾਇਰਾ ਮਨੁੱਖ ਦਾ ਜਿੰਨਾ ਮਰਜ਼ੀ ਵੱਡਾ ਹੋਵੇ ਪਰ ਉਹਨੂੰ ਤੋਲ ਕੇ ਮਰਿਆਦਾ ਦੇ ਮੁਤਾਬਕ ਸੀਮਤ ਸ਼ਬਦਾਂ ਦੇ ਵਿੱਚ ਆਪਣੀ ਗੱਲ ਤਰੀਕੇ ਦੇ ਨਾਲ ਕਹਿਣ ਦਾ ਵੱਲ ਆਉਣਾ ਚਾਹੀਦਾ। ਇਹ ਨਹੀਂ ਵੀ ਜੇਕਰ ਤੁਹਾਡੇ ਕੋਲੇ ਸੋਸ਼ਲ ਮੀਡੀਆ ਦਾ ਮੰਚ ਹੈਗਾ, ਜੋ ਮੂਰਖਾਂ ਵਾਲੀਆਂ ਟਿੱਪਣੀਆਂ ਕਰਨੀਆਂ ਉਹ ਕਰੀ ਜਾਗੇ, ਬੇਵਕੂਫਾਂ ਵਾਲੇ ਕੰਮ ਅਸੀਂ ਕਰੀ ਜਾਗੇ। ਸਾਡੀ ਜ਼ਿਹਨੀਅਤ ਦਾ ਪਤਾ ਸਾਡੀਆਂ ਟਿੱਪਣੀਆਂ ਤੋਂ, ਸਾਡੇ ਬੋਲਾਂ ਤੋਂ ਲੱਗਦਾ। ਪਰ ਕੁੱਤੇ ਖਾਣੀ ਦੋਵਾਂ ਦੀ ਬਰਾਬਰ ਹੋ ਰਹੀ ਆ। ਇੱਧਰ ਕੰਗਣਾ ਦੀ ਹੋ ਰਹੀ ਹੈ, ਉਧਰ ਰਾਮਦੇਵ ਦੀ ਹੋ ਰਹੀ ਆ। ਲੰਘੇ ਕੱਲ ਉਹ ਹਰਿਆਣਾ ਦੇ ਭਵਾਨੀ ਖੇਤਰ ਦੇ ਵਿੱਚ ਗਿਆ ਸੀ ਰਾਮਦੇਵ, ਉੱਥੇ ਕਿਸਾਨਾਂ ਨੇ ਤੇ ਡਾਕਟਰਾਂ ਨੇ ਘੇਰਾ ਪਾ ਲਿਆ। ਕਾਫੀ ਦੇਰ ਤੱਕ ਰਾਮਦੇਵ ਆਪਦੀ ਗੱਡੀ ਚੋਂ ਨਹੀਂ ਉਤਰਿਆ ਡਰਦਾ।
ਜਦੋਂ ਉਤਰਿਆ ਤੇ ਕਾਲੀਆਂ ਝੰਡੀਆਂ ਨਾਲ ਉਹਦਾ ਸਵਾਗਤ ਕੀਤਾ ਗਿਆ ਤੇ ਕਿਸਾਨ ਕਹਿੰਦੇ ਵੀ ਕਦੇ ਵੀ ਇਹ ਸਾਡੇ ਹੱਕ 'ਚ ਨਹੀਂ ਬੋਲਿਆ, ਸਿਰਫ ਮੋਦੀ ਸਰਕਾਰ ਦੇ ਹੱਕ 'ਚ ਬੋਲਦਾ। ਡਾਕਟਰ ਕਹਿੰਦੇ ਇਹਨੂੰ ਐਲੋਪੈਥੀ ਬਹੁਤ ਭੈੜੀ ਲੱਗਣ ਲੱਗ ਪਈ ਆ, ਮਾਫੀ ਮੰਗੇ ਤੇ ਬਚ ਕੇ ਜੇ ਬਹਿ ਕੇ ਜੇ ਨਿਕਲਿਆ। ਉੱਥੇ ਫਿਰ ਅੜ ਜਾਂਦੇ, ਮੋਰੇ ਨਿਕਲਦੇ ਗੱਡੀ 'ਚ ਕਹਿ ਦਿੰਦੇ ਵੀ ਨਹੀਂ ਯੋਗਾ ਹੀ ਵਧੀਆ ਹੈ ਤੇ ਮੈਂ ਜੋ ਕਹਿੰਦਾ ਉਹੀ ਸਹੀ ਹੈ ਤੇ ਮੈਂ ਆਪਣੀਆਂ ਗੱਲਾਂ ਤੇ ਖੜਾ। ਉੱਥੇ ਕਿਉਂ ਫਿਰ ਗੱਡੀ 'ਚ ਉਤਰੇ ਨਹੀਂ? ਦੇਖੋ ਜਿੱਥੇ ਬੰਦਾ ਸੱਚਾ ਹੁੰਦਾ ਉਹ ਕਿਤੇ ਵੀ ਖੜ ਕੇ ਕੋਈ ਵੀ ਗੱਲ ਕਰ ਸਕਦਾ। ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ, ਇਹਨਾਂ ਦੋਨਾਂ ਦੇ ਬਾਰੇ 'ਚ ਇੱਕੋ ਹੀ ਗੱਲ ਕਹੂੰਗੀ ਕਿ ਇਹਨਾਂ ਦੋਵਾਂ ਨੂੰ ਇਹ ਸੋਚਣਾ ਚਾਹੀਦਾ, ਸਮਝਣਾ ਚਾਹੀਦਾ ਹੈ ਕਿ ਜੋ ਲੋਕਾਂ ਦੇ ਵਿੱਚ ਇਹਨਾਂ ਦੋਵਾਂ ਦੀ ਇੱਕ ਵਾਰ ਇੱਕ ਇਮੇਜ, ਇੱਕ ਤਸਵੀਰ ਬਣ ਗਈ ਸੀ ਨਾ, ਜਦੋਂ ਰਿਤਿਕ ਰੋਸ਼ਨ ਦਾ ਕੇਸ ਹੋਇਆ ਸੀ ਉਦੋਂ ਕੰਗਣਾ ਦੇ ਨਾਲ ਜਿਨ੍ਹਾਂ ਲੋਕਾਂ ਦੀ ਹਮਦਰਦੀ ਸੀ ਉਹ ਸਾਰੇ ਲੋਕ ਹੁਣ ਕੰਗਣਾ ਦੇ ਖਿਲਾਫ ਹੋ ਚੁੱਕੇ ਨੇ, ਉਹਦੇ ਬਾਰੇ 'ਚ ਹੁਣ ਮੰਦੀਆਂ ਚੰਗੀਆਂ ਗੱਲਾਂ ਕਰਦੇ ਨੇ। ਤੇ ਜਿਹੜੇ ਲੋਕ ਬਾਬਾ ਰਾਮਦੇਵ ਦੇ ਸਮਰਥਕ ਸੀ ਉਹਨਾਂ ਨੂੰ ਲੱਗਦਾ ਸੀ ਕਿ ਵਾਕਈ ਇਹ ਬਾਬਾ ਲੋਕਾਂ ਨੂੰ ਤੰਦਰੁਸਤ ਕਰੂਗਾ, ਹੁਣ ਉਹਨਾਂ ਦੇ ਵਿਚਾਰ ਉਹਦੇ ਪ੍ਰਤੀ ਬਦਲਦੇ ਜਾ ਰਹੇ ਨੇ। ਸੋ ਆਪਾਂ ਨੂੰ ਇਹਦੇ ਵੱਲ ਖਿਆਲ ਕਰਨਾ ਚਾਹੀਦਾ ਹੈ ਕਿ ਜੇ ਸਾਰੇ ਵਿਰੋਧੀ ਬਣਾ ਲੇ ਤਾਂ ਆਪਣੇ ਨਾਲ ਖੜਨ ਵਾਲਾ ਕੋਈ ਨਹੀਂ ਰਹਿਣਾ। ਮੈਂ ਤਾਂ ਕਦੇ ਸੋਚਦਾ ਵੀ ਜਿੰਨਾ ਬੋਲਦੀ ਆ ਰਿਤਕ ਦਾ ਖੜਾ ਛੁੱਟ ਗਿਆ ਵੀ ਚੰਗਾ ਹੀ ਆ। ਇਦਾਂ ਹੀ ਸਾਰੇ ਕਹਿੰਦੇ ਉਧਰ ਹੋ ਗਈ ਹੈ, ਇਦਾਂ ਹੀ ਸਾਰੇ ਕਹਿੰਦੇ ਆ। ਜੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਬੰਥਨ ਜੀ। ਤੇ ਹੁਣ ਅੱਗੇ ਵਧੀਏ। ਬਿਲਕੁਲ ਜੀ, ਅੱਜ ਕੱਲ ਤੁਸੀਂ ਜ਼ਿੰਮੇਵਾਰੀ ਘੱਟ ਸੰਭਾਲਦੇ ਆ, ਸ਼ੁਰੂਆਤ ਮੈਨੂੰ ਕਰਨੀ ਪੈਂਦੀ ਆ। ਟਾਣਾ ਸਾਹਿਬ ਹਾਂਜੀ, ਸੱਚੋ ਸੱਚ ਦੱਸਿਓ ਜਰਾ। ਕੀ ਮਤਲਬ ਕਿਵੇਂ? ਆ ਗੱਲ ਦੁਬਾਰਾ ਬੋਲਿਓ। ਵਕਫੇ ਤੋਂ ਬਾਅਦ ਵੀ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਹਾਂਜੀ, ਜਿਹੜੀ ਉਸ ਤੋਂ ਬਾਅਦ ਚ ਕਹੀ। ਅੱਜ ਕੱਲ ਬਹੁਤੀਆਂ ਜ਼ਿੰਮੇਵਾਰੀਆਂ ਮੈਨੂੰ ਹੀ ਨਿਭਾਉਣੀਆਂ ਪੈਂਦੀਆਂ ਹਨ ਤੇ ਤੁਸੀਂ ਸ਼ੁਰੂਆਤ ਨਹੀਂ ਕਰਦੇ ਬਿਨਾਂ ਕਹੇ। ਮੈਂ ਮਾਫੀ ਚਾਹੁੰਦੀ ਹਾਂ। ਹਾਂ ਕਿਉਂਕਿ ਜੇ ਗੱਲ ਇੱਥੇ ਹੀ ਨਿਬੜ ਜਾਏ ਤਾਂ ਉਹਦੇ ਨਾਲ ਦੀ ਰੀਸ ਨਹੀਂ। ਬਿਲਕੁਲ ਸਹੀ ਗੱਲ ਹੈ, ਸਾਰੇ ਸਭ ਜਾਣਦੇ ਨੇ, ਕਿਸੇ ਤੋਂ ਕੁਝ ਲੁਕਿਆ ਨਹੀਂ ਜੀ। ਹੁਣ ਆਪਾਂ ਅੱਗੇ ਵਧੀਏ। ਗੁਰਦਾਸਪੁਰ ਚ ਕੀ ਹੋਈ ਜਾਂਦਾ? ਕੀ ਹੋਈ ਜਾਂਦਾ ਤੁਹਾਨੂੰ ਨਹੀਂ ਪਤਾ ਲੱਗਿਆ? ਹਾਂ, ਮੁੰਡੇ ਨੌਜਵਾਨ ਉੱਥੋਂ ਦੇ ਰਹਿਣ ਵਾਲੇ ਲੋਕ ਉਹਨਾਂ ਨੇ ਤਾਂ ਭਾਈ ਪੂਰਾ ਰੋਸ ਪ੍ਰਦਰਸ਼ਨ ਕੀਤਾ। ਕਿਹਦੇ ਖਿਲਾਫ? ਹੱਥ ਦੇ ਵਿੱਚ ਪੋਸਟਰ ਫੜੇ। ਅੱਛਾ, ਸਨੀ ਦਿਓਲ ਗੁੰਮਸ਼ੁਦਾ। ਜੇ ਸਨੀ ਦਿਓਲ ਕਿਹੜਾ ਹੁਣ ਗਵਾਚਿਆ, ਉਹ ਤਾਂ ਲੰਮੇ ਸਮੇਂ ਦਾ ਗਵਾਚਿਆ। ਤੇ ਕੱਲਾ ਸਨੀ ਦਿਓਲ ਥੋੜੀ ਗਵਾਚਿਆ, ਜੇ ਕਦੇ ਲੱਭ ਜੇ ਹੁਣ ਉਦੋਂ ਖਬਰ ਬਣਨੀ ਚਾਹੀਦੀ ਆ, ਗਵਾਚੇ ਦੀ ਤਾਂ ਖਬਰ ਨਹੀਂ ਲੱਗਣੀ ਚਾਹੀਦੀ। ਦੇਖੋ ਗੱਲ ਇਹ ਨਾਲੇ ਉਹ ਕੱਲਾ ਥੋੜੀ ਗਵਾਚਿਆ, ਗਵਾਚੇ ਤਾਂ ਕਈ ਸਾਰੇ ਸਾਡੇ ਚੁਣੇ ਹੋਏ ਨੁਮਾਇੰਦੇ, ਕਈ ਸਾਰੇ ਲੋਕ ਜਿਹੜੇ ਹੱਥ ਬੰਨ ਕੇ ਸਾਡੇ ਤੋਂ ਵੋਟਾਂ ਲੈਣ ਆਏ ਸੀ, ਉਹ ਸਾਰੇ ਹੀ ਗਵਾਚੇ ਪਏ ਨੇ। ਪਰ ਉਹਨਾਂ ਸਾਰਿਆਂ ਨੂੰ ਅਸੀਂ ਪੰਜਾਬ ਦੇ ਪੁੱਤ ਥੋੜੀ ਕਹਿੰਦੇ ਆ ਜੀ, ਉਹਨੂੰ ਤਾਂ ਅਸੀਂ ਕਹਿੰਦੇ ਆ ਸਵਾਰਥ ਦੇ ਪੁੱਤ। ਪਰ ਨਿਕਲਿਆ ਇਹ ਵੀ ਪੰਜਾਬ ਦਾ ਪੁੱਤ, ਸਵਾਰਥ ਦਾ ਪੁੱਤ ਹੈ, ਇਸ ਕਰਕੇ ਲੋਕ ਖਬਰਾਂ ਬਣਾਉਂਦੇ ਆ ਜੀ। ਹੁਣ ਕਦੇ ਤਾਂ ਦੇਖੋ ਜੀ ਇੱਕ ਦੂਜੇ ਦੇ ਖਿਲਾਫ ਪੋਸਟਰ ਲੱਗਦੇ ਆ, ਉਹ ਤਾਂ ਜਦੋਂ ਰਾਜਨੀਤਿਕ ਪਾਰਟੀ ਦਾ ਇੱਕ ਦਾ ਬੰਦਾ ਦੂਜੇ ਖਿਲਾਫ ਲਾਉਂਦਾ, ਮੈਂ ਨਹੀਂ ਮੰਨਦਾ ਕਿ ਬੜੀ ਵੱਡੀ ਖਬਰ ਹੁੰਦੀ ਆ, ਉਹਨਾਂ ਦੇ ਆਪਸੀ ਮਸਲੇ ਆ। ਪਰ ਜਦੋਂ ਆਮ ਲੋਕ ਬਾਹਰ ਨਿਕਲ ਕੇ, ਭਾਵੇਂ ਉਹ ਸੈਂਕੜਿਆਂ 'ਚ ਹੋਣ, ਭਾਵੇਂ ਹਜ਼ਾਰਾਂ 'ਚ, ਭਾਵੇਂ ਦਰਜਨਾਂ ਦੇ ਵਿੱਚ ਉਹ ਪੋਸਟਰ ਲਾਉਂਦੇ ਹੋਣ ਗੁੰਮਸ਼ੁਦਗੀ ਦੇ, ਤਾਂ ਫਿਰ ਲੋਕ ਪੀੜਾ ਆਪਦੀ ਪੀੜਾ ਵਰਗੀ ਜਾਪਦੀ ਆ। ਬਿਲਕੁਲ ਸਹੀ। ਕਿਉਂਕਿ ਸਨੀ ਦਿਓਲ ਜਿਹੜਾ ਉਹਨੂੰ ਲੋਕਾਂ ਨੇ ਚਾਰ ਨਾਲ ਵੋਟਾਂ ਪਾਈਆਂ ਵੀ ਇਹ ਬਾਰਡਰ ਦੇ ਵਿੱਚ ਫਿਲਮ ਦੇ ਵਿੱਚ ਕਮਾਲਾਂ ਕਰਦਾ, ਇਹ ਮੋਢੇ ਦੇ ਉੱਤੇ ਰੱਖ ਕੇ ਤੋਪ ਤੇ ਗੋਲੇ ਸੱਟਦਾ, ਇਹ ਬੰਬ ਬੁਲਾ ਦਿੰਦਾ, ਇਹ ਬੰਦਾ ਗਾਡਰ ਆ, ਇਹ ਨਲਕੇ ਪੱਟ ਦਿੰਦਾ, ਇਹ ਨਲਕੇ ਪੱਟ ਦਿੰਦਾ। ਪੰਜਾਬ ਦੇ ਵਿੱਚ ਤਾਂ ਨਲਕੇ ਵੈਸੇ ਹੀ ਥੋੜੇ ਆ, ਹੁਣ ਇੱਥੇ ਉਹਨੇ ਕੀ ਪੱਟਣਾ, ਇੱਥੇ ਤਾਂ ਮਿੱਟੀ ਪੱਟੀ ਉਹਨੇ ਆ ਕੇ। ਫਿਰ ਉਸ ਤੋਂ ਬਾਅਦ ਉਹਨੇ ਘਾਤਕ ਫਿਲਮ 'ਚ ਕੰਮ ਕੀਤਾ ਤੇ ਘਾਤਕ ਹੀ ਸਾਬਤ ਹੋਇਆ ਹੁਣ ਗੁਰਦਾਸਪੁਰ ਦੇ ਲਈ। ਸੋ ਇਸ ਕਰਕੇ ਹੁਣ ਬਹੁਤ ਵੱਡੇ ਪੱਧਰ ਤੇ ਪੋਸਟਰ ਲੱਗੇ ਕੰਨਾਂ ਤੇ ਵੀ ਇਹਨੂੰ ਲੱਭ ਕੇ ਲਿਆਓ। ਕਰੋਨਾ ਮਹਾਮਾਰੀ ਦੇ ਵਿੱਚ ਅਸੀਂ ਇਹਨੂੰ ਇੱਕ ਵਾਰ ਵੀ ਨਹੀਂ ਦੇਖਿਆ, ਲੋਕ ਮਰ ਰਹੇ ਸੀ, ਲੋਕ ਪੀੜਤ ਸੀ, ਜਨਾਬ ਜੀ ਪਤਾ ਨਹੀਂ ਕਿੱਥੇ ਲੁਕੇ ਰਹੇ ਆ। ਸੋ ਜਿਹੜਾ ਇਹਨੂੰ ਲੱਭ ਕੇ ਲਿਆਊਗਾ ਤੇ ਮਨਚਾਹੀਆਂ ਮੁਰਾਦਾਂ ਪਾਊਗਾ। ਆਏ ਹਾਏ ਕੀ ਬਾਤ ਹੈ। ਤੇ ਕੀ ਲੱਗਦਾ ਲੱਭਣਗੇ? ਔਖਾ, ਮੈਨੂੰ ਤਾਂ ਆਪ ਔਖਾ ਲੱਗਦਾ। ਇਹ ਕਿਹੜਾ ਪਹਿਲੀ ਵਾਰ ਲੱਗੇ ਆ? ਹਾਂ, ਪਰ ਕੁਝ ਇੱਕ ਲੋਕ ਜ਼ਰੂਰ ਲੱਭਣਗੇ ਟਾਣਾ ਸਾਹਿਬ। 2022 ਨੇੜੇ ਆ ਰਿਹਾ ਹੈ, ਹੁਣ ਕੁਝ ਕੁ ਲੋਕ, ਕੁਝ ਕੁ ਚਿਹਰੇ ਜ਼ਰੂਰ ਫਿਰ ਤੋਂ ਦੇਖਣ ਨੂੰ ਮਿਲਣਗੇ। ਮੈਂ ਨਾ ਹੁਣ ਉਡੀਕੀ ਜਾਣਾ ਵੀ ਇੱਕ ਵੀਡੀਓ ਆਊਗੀ 2-4-5 ਦਿਨਾਂ ਤੱਕ, ਜਿਹਦੇ ਵਿੱਚ ਸਨੀ ਦਿਓਲ ਹੋਰਾਂ ਨੇ ਕਿਹਾ ਹੋਣਾ ਕਿ ਮੇਰੀ ਫਲਾਣੇ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਹੋ ਗਈ ਆ, ਗੁਰਦਾਸਪੁਰ ਦੇ ਵਿੱਚ ਇੱਕ ਤਾਂ ਆਪਾਂ ਪੁਲ ਬਣਾ ਲੈਣਾ, ਅੱਛਾ ਜੀ, ਇੱਕ ਬਹੁਤ ਵੱਡੀ ਇੱਥੇ ਆਪਾਂ ਯੂਨੀਵਰਸਿਟੀ ਖੜੀ ਕਰਵਾ ਦੇਣੀ ਆ, ਜਿਹੜੇ ਵੀ ਸਰਹੱਦੀ ਖੇਤਰ ਦੇ ਮਸਲੇ ਆ ਉਹ ਆਪਾਂ ਸਾਰੇ ਦੇ ਸਾਰੇ ਹੱਲ ਕਰਵਾ ਦੇਣੇ ਆ। ਮੇਰੀ ਸਾਰੀ ਗੱਲਬਾਤ ਹੋ ਗਈ ਆ, ਵਿਕਾਸ ਮੇਰੇ ਦਿਮਾਗ ਦੇ ਵਿੱਚ ਚੱਲਦਾ। ਆਪਾਂ ਬੰਦੇ ਰੱਖੇ ਹੋਏ ਇੱਥੇ, ਉਹ ਕੱਲੀ ਗੱਲ ਦੇ ਉੱਤੇ ਬਾਜ਼ ਅੱਖ ਰੱਖ ਰਹੇ ਆ। ਬਿਲਕੁਲ ਸਹੀ ਗੱਲ ਹੈ। ਔਰ ਇਹ ਕੱਲੇ ਸਨੀ ਦਿਓਲ ਨੇ ਨਹੀਂ, ਕਈਆਂ ਨੇ ਇਹ ਗੱਲਾਂ ਦੇ ਦਾਅਵੇ ਕਰਨੇ, ਔਰ ਬਹੁਤ ਲੋਕ ਖੁਸ਼ ਵੀ ਹੋ ਜਾਣਗੇ, ਬਹੁਤੇ ਫੇਰ ਉੱਥੇ ਹੀ ਕਹਿਣਗੇ ਵੀ ਨਾਲ ਦੀ ਨਾਲ ਵਿਚਾਰ ਬਦਲ ਜਾਂਦੇ ਆ। ਜਿੱਥੇ ਚਾਰ ਬੰਦੇ ਬੈਠ ਗਏ, ਨਹੀਂ ਬੰਦਾ ਹਿੰਮਤੀ ਆ ਉਹਦਾ, ਕਰ ਲਈ ਗੱਲ, ਉਹਨੇ ਗੱਲ ਕਰ ਲਈ। ਮੈਂ ਫੋਟੋ ਦੇਖੀ ਹੈ ਜੀ ਗਡਕਰੀ ਦੇ ਨਾਲ, ਗੱਲ ਪਤੇ ਦੀ ਕਰਕੇ ਆਇਆ, ਸੜਕ ਵੀ ਕੱਢੋ ਇੱਥੋਂ ਨਹੀਂ, ਤੂੰ ਮਾੜੇ ਜਿਹਾ ਇੱਧਰ ਨੂੰ ਕੁਰਸੀ ਕਰ ਲੈ, ਕੀ ਪਤਾ ਇੱਥੋਂ ਨਹੀਂ ਕੱਢ ਦੇਵੇ। ਇਹ ਪੱਕਾ ਵਿਕਾਸ ਕਰੂ। ਇਹ ਵਿਕਾਸ, ਇਹ ਬੰਦਾ ਦਿਖਾਵਾ ਨਹੀਂ ਕਰਦਾ। ਇਹ ਬੰਦਾ, ਇਹਦਾ ਪਿਓ ਵੀ ਵਧੀਆ ਸੀ। ਅੱਛਾ, ਹਾਂ, ਵਾਵਾ ਫਿਲਮਾਂ 'ਚ ਕੰਮ ਕੀਤਾ ਉਹਨੇ, ਬਹੁਤ ਫਿਲਮਾਂ 'ਚ ਕੰਮ ਕੀਤਾ, ਹੀ ਮੈਂ ਨਾ ਉਹ। ਇਹ ਟੱਬਰ ਚੰਗਾ ਬਦਨਾਮ ਕਰਤਾ, ਨਾਲ ਦੀ ਨਾਲ ਬਦਲ ਜਾਣਗੇ। ਨਲਕੇ ਪੱਟਦਾ ਸੀ, ਕੋਈ ਗੱਲ ਨਹੀਂ,
ਮੋਟਰਾਂ ਲਾ ਦਿੰਦਾ। ਮੱਛੀ ਮੋਟਰ ਪਵਾਈ ਸਾਡੇ ਨੇ ਭਾਈ। ਇਹ ਤਾਂ ਹੁਣ ਵੋਟਾਂ ਦੇ ਨਤੀਜੇ ਤੇ ਵੋਟਾਂ ਦੇ ਵਿੱਚ ਜਿਹੜੇ ਜਿਹੜੇ ਲੋਕ ਖੜਨਗੇ ਉਹਦੇ ਤੋਂ ਪਤਾ ਲੱਗੂਗਾ ਟਾਣਾ ਸਾਹਿਬ। ਪਰ ਗੱਲ ਇਹ ਹੈ ਕਿ ਇਸ ਵੇਲੇ ਸਮੁੱਚੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਹਾਲਾਤ ਮਾੜੇ ਨੇ। ਮੇਰਾ ਨਾ ਇੱਕ ਦੋਸਤ ਦੱਸੇ, ਉਹ ਕਹਿੰਦਾ ਵੀ ਨਾ 10 ਕੇ ਜਾਣੇ ਬੈਠੇ ਤੇ ਪੰਜਾਬ ਸਰਕਾਰ ਦੇ ਬਾਰੇ ਗੱਲਾਂ ਕਰੀ ਜਾਣ ਜੀ, ਵੀ ਲੋਕਾਂ ਦੇ ਵਿੱਚ ਜਾ ਕੇ ਜਿਹੋ ਜੀ ਗੱਲ ਕਰ ਦਈਏ ਤੇ ਅਗਲਾ ਉੱਤਰ ਉਹੋ ਜਿਹਾ ਹੀ ਆ ਜਾਂਦਾ। ਪਹਿਲਾਂ ਕਰੀ ਜਾਣ ਵੀ ਕੈਪਟਨ ਸਰਕਾਰ ਨੇ ਕੁਝ ਨਹੀਂ ਕੀਤਾ, ਨਾ ਸਾਡੀ ਬੁਢਾਪਾ ਪੈਨਸ਼ਨ ਕਿੱਥੇ, ਹੁਣ 1500 ਦੀ ਗੱਲ ਕੀਤੀ ਆ ਤੇ ਪਹਿਲਾਂ ਇਹਨਾਂ ਨੇ ਕਿੱਥੇ ਕੀਤੀ ਆ। ਇਹਨਾਂ ਨੇ ਕੋਈ ਰੁਜ਼ਗਾਰ ਨਹੀਂ ਦਿੱਤਾਗਾ, ਕੋਈ ਵਿਕਾਸ ਨਹੀਂ ਕੀਤਾ, ਕੋਈ ਬੇਅਦਬੀ ਦੇ ਮਾਮਲੇ ਦੇ ਉੱਤੇ ਹੱਲ ਨਹੀਂ ਕੱਢਿਆ, ਕੋਈ ਇਹਨਾਂ ਨੇ ਨੌਜਵਾਨਾਂ ਬਾਰੇ ਨਹੀਂ ਸੋਚਿਆ। ਇਦਾਂ ਦੀਆਂ ਗੱਲਾਂ ਚੱਲੀ ਜਾਣ ਤੇ ਉਹ ਜਾ ਕੇ ਨਾ ਵਿਚਾਲੇ ਕਹਿੰਦਾ, ਉਹਨੇ ਵੈਸੇ ਹੀ ਇੱਕ ਵਾਰੀ ਥੋੜੀ ਜਿਹੀ ਛੁਰਲੀ ਛੱਡ ਕੇ ਦੇਖੀ, ਕਹਿੰਦਾ ਦੇਖ ਬਾਪੂ ਜੀ ਗੱਲ ਇਹ ਆ ਵੀ ਕੈਪਟਨ ਅਮਰਿੰਦਰ ਸਿੰਘ ਵੀ ਵਿਚਾਰਾ ਕੀ ਕਰੇ। ਪਿਛਲੀ ਸਰਕਾਰ ਨੇ ਕੀਤਾ ਕੀ ਸੀ, ਪਹਿਲਾਂ ਤਾਂ ਉਹਨੇ ਕੋਲ ਉਹ ਨਹੀਂ ਹੱਲ ਹੋਇਆ, ਉੱਤੋਂ ਕਰੋਨਾ ਆ ਗਿਆ, ਆ ਤੁਹਾਡੀ ਪੈਨਸ਼ਨ ਹੁਣ ਠੀਕ ਕੀਤੀ ਹੈ ਨਾ, ਫਿਰ ਅੱਧੇ ਕੁ ਬਜ਼ੁਰਗ ਉਧਰਲੇ ਪਾਸੇ ਨੂੰ ਹੋ ਗਏ। ਦੇਖ ਬਈ ਇੱਕ ਘਰ ਦਾ ਮਸਲਾ ਨਹੀਂ ਹੱਲ ਹੁੰਦਾ ਤੇ ਪੰਜਾਬ ਦਾ ਮਸਲਾ ਹੱਲ ਕਰਨਾ ਕਿਹੜਾ ਸੌਖਾ। ਬੰਦਾ ਬੜਾ ਗੁਣੀ ਗਿਆਨੀ ਆ, ਉਹਨੇ ਦੇਖੋ 1500 ਰੁਪਇਆ ਕਰਤਾ, ਹੁਣ ਉਹ ਕੁਛ ਕਰੂ, ਇਹ ਬੰਦਾ ਕੁਛ ਨਾ ਕੁਛ ਕਰੂਗਾ। ਇਹਨੂੰ ਮੌਕਾ ਹੀ ਨਹੀਂ ਮਿਲਿਆ ਚੰਗੇ ਤਰੀਕੇ ਨਾਲ। ਜੇ ਅਗਲੀ ਵਾਰੀ ਮੌਕਾ ਮਿਲ ਗਿਆ ਸਾਰੇ ਮਸਲੇ ਹੱਲ ਕਰ ਦੂ। ਘਰ ਘਰ ਰੁਜ਼ਗਾਰ ਦੇਣ ਦੇ ਲਈ ਵੀ ਪੈਸਾ ਚਾਹੀਦਾ। ਆ ਮਹਾਮਾਰੀ ਨੇ ਛੱਡਿਆ ਕੀ ਹੈ ਕਿਸੇ ਕੋਲੇ, ਨਾਲ ਦੀ ਨਾਲ ਦੂਜੇ ਪਾਸੇ ਨੂੰ ਮੋੜ ਕੱਟ ਗਏ। ਤੇ ਇਹਨਾਂ ਮੋੜਾਂ ਦੇ ਕੱਟਣ ਦੇ ਕਰਕੇ ਪੰਜਾਬ ਦਾ ਇਹ ਹਾਲ ਆ, ਕਿਉਂਕਿ ਆਪਾਂ ਇੱਕ ਥਾਂ ਦੇ ਉੱਤੇ ਖੜਦੇ ਨਹੀਂਗੇ ਜੀ। ਜੱਜ ਦਾ ਵਿਚਾਰ। ਟਾਣਾ ਸਾਹਿਬ, ਜਦੋਂ ਬੰਦੇ ਦੀ ਨੌਕਰੀ ਲੱਗਦੀ ਹੈ ਤਾਂ ਉਹਦੇ ਪਿੱਛੇ ਸਭ ਤੋਂ ਵੱਡਾ ਹੱਥ ਕਿਹਦਾ ਹੁੰਦਾ? ਉਹਦੀ ਯੋਗਤਾ ਦਾ। ਯੋਗਤਾ ਕਿੱਥੋਂ ਆਉਂਦੀ ਹੈ? ਸਕੂਲੀ ਸਿੱਖਿਆ ਤੋਂ। ਸਕੂਲੀ ਸਿੱਖਿਆ 'ਚ ਕੌਣ ਪੜਾਉਂਦਾ? ਅਧਿਆਪਕ। ਅਧਿਆਪਕ ਤੇ ਮਾਂ-ਬਾਪ ਦਾ ਕਰਕੇ ਮੈਨੂੰ ਲੱਗਦਾ ਹੈ ਕਿ ਕੋਈ ਵੀ ਇਨਸਾਨ ਕਿਸੇ ਵੀ ਅਹੁਦੇ ਤੇ ਕਿਸੇ ਵੀ ਰੁਤਬੇ ਦੇ ਉੱਪਰ ਪਹੁੰਚ ਪਾਉਂਦਾ ਹੈ। ਪਰ ਜਦੋਂ ਇਹਨਾਂ ਅਧਿਆਪਕਾਂ ਦੇ ਹੀ ਪੜਾਏ ਹੋਏ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਕਿਸੇ ਦੇ ਕਹਿਣ ਦੇ ਉੱਪਰ ਇਹਨਾਂ ਅਧਿਆਪਕਾਂ ਦੀ ਹੀ ਕੁੱਟਮਾਰ ਕਰਨ ਤੇ ਫਿਰ ਕਿਹੋ ਜਿਹਾ ਲੱਗਦਾ? ਦੁੱਖ ਹੁੰਦਾ ਹਰਮਨ ਜੀ ਇਸ ਗੱਲ ਦੇ ਉੱਤੇ ਵੀ ਪੰਜਾਬ ਦੇ ਵਿੱਚ ਘਰ ਘਰ ਰੁਜ਼ਗਾਰ ਦੇਣ ਦੀਆਂ ਗੱਲਾਂ ਤਾਂ ਛਿੜੀਆਂ, ਪਰ ਜਿਨ੍ਹਾਂ ਨੇ ਯੋਗਤਾ ਟੈਸਟ ਸਾਰੇ ਪਾਸ ਕੀਤੇ ਆ, ETT ਵੀ ਕੀਤੀ, B.Ed ਵੀ ਕੀਤੀ, ਟੈਟ ਦਾ ਟੈਸਟ ਵੀ ਪਾਸ ਕੀਤਾ, ਉਹ ਸਿਰਫ ਇਸ ਗੱਲ ਕਰਕੇ ਕੁੱਟ ਖਾਈ ਜਾਂਦੇ ਆ ਵੀ ਸਰਕਾਰ ਉਹਨਾਂ ਨੂੰ ਹੰਝਰੂ ਹੁੰਗਾਰਾ ਕਿਉਂ ਨਹੀਂ ਭਰਦੀ ਜੀ। ਉਹ ਵਿਚਾਰੇ ਕਹਿੰਦੇ ਵੀ ਜਿਹੜੀਆਂ ਅਸਾਮੀਆਂ ਹੈਗੀਆਂ ਉਹਨਾਂ ਦੀ ਭਰਤੀ ਜੇਕਰ ਤੁਸੀਂ ਕਰਨੀ ਹੈ ਤਾਂ ਭਾਈ ਸਾਨੂੰ ਵੇਲੇ ਸਿਰ ਭਰਤੀ ਕਰੋ, ਕੱਚੇ ਕਹਿੰਦੇ ਸਾਨੂੰ ਪੱਕਾ ਕਰੋ। ਪਰ ਸਰਕਾਰ ਖਾਲੀ ਅਸਾਮੀਆਂ ਹੋਣ ਦੇ ਬਾਵਜੂਦ ਤੇ ਵਿਚਾਰੇ ਨਿੱਤ ਡਾਂਗਾ ਵੀ ਖਾਂਦੇ ਆ। ਤੇ ਮੈਨੂੰ ਕੱਲ ਬੜਾ ਦੁੱਖ ਹੋਇਆ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦੇ ਲਈ, ਮੋਤੀ ਮਹਿਲ ਦਾ ਘਰਾਓ ਕਰਨ ਦੇ ਲਈ ਗਏ, ਅਧਿਆਪਕਾਂ ਨੂੰ ਛੱਲੀਆਂ ਵਾਂਗੂ ਕੁੱਟਿਆ ਉੱਥੇ ਪੁਲਿਸ ਨੇ, ਦੌੜਾ ਕੇ ਕੁੜੀਆਂ ਦੇ ਵਾਲ ਫੜ ਫੜ ਕੇ ਧੂ ਕੇ ਬੱਸਾਂ ਦੇ ਵਿੱਚ ਸੁੱਟਿਆ। ਤੇ ਉਹਨਾਂ ਦੀ ਗਲਤੀ ਸਿਰਫ ਇਹ ਆ ਵੀ ਉਹ ਗਿਆਨ ਦਾ ਚਾਨਣ ਵੰਡਣ ਦੇ ਚਾਹਵਾਨ। ਗਲਤੀ ਸਿਰਫ ਉਹਨਾਂ ਦੀ ਇਹ ਆ ਵੀ ਉਹਨਾਂ ਨੇ ਸਾਰੀਆਂ ਡਿਗਰੀਆਂ ਸਾਰੇ ਟੈਸਟ ਪਾਸ ਕੀਤੇ ਆ। ਇੱਥੇ ਇੱਕ ਬੰਦਾ ਜਿਹਨੇ 10 ਪਾਸ ਕੀਤੀਆਂ ਹੁੰਦੀਆਂ ਉਹ ਤਾਂ ਬਣ ਜਾਂਦਾ ਮੰਤਰੀ, ਉਹ ਤਾਂ ਬਣ ਜਾਂਦਾ ਵਿਧਾਇਕ, 3-3 4-4 ਵਾਰ ਵਿਧਾਇਕ ਬਣ ਜਾਂਦਾ। ਉਹ ਉਸ ਵਕਤ ਨੌਕਰੀਆਂ ਵੰਡਦਾ ਤੇ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ ਹੁੰਦੀਆਂ, ਜਿਨ੍ਹਾਂ ਨੇ ਉਮਰ ਦਾ ਚੋਖਾ ਹਿੱਸਾ ਕਿਤਾਬਾਂ ਦੇ ਨਾਲ ਜੁੜ ਕੇ ਲਗਾਇਆ ਹੁੰਦਾ, ਤੇ ਉਹਨਾਂ ਬੰਦਿਆਂ ਨੂੰ ਡਾਂਗਾ ਪੈਂਦੀਆਂ, ਪਾਣੀ ਦੀਆਂ ਵਾਛੜਾਂ ਵੱਜਦੀਆਂ, ਟਾਵਰਾਂ ਤੇ ਚੜ੍ਹਦੇ ਆ। ਦੁੱਖ ਹੁੰਦਾ। ਇੱਕ ਛੋਟਾ ਜਿਹਾ ਜ਼ਿਲ੍ਹਾ ਸੰਭਾਲਣ ਦੇ ਲਈ ਟਾਣਾ ਸਾਹਿਬ ਬੰਦੇ ਨੂੰ IAS ਕਰਨੀ ਪੈਂਦੀ ਆ, ਹੋਰ ਵੱਡੀਆਂ ਡਿਗਰੀਆਂ ਜਿਹੜੀਆਂ ਉਹ ਲੈਣੀਆਂ ਪੈਂਦੀਆਂ ਨੇ। ਪਰ ਇੱਕ ਬਹੁਤ ਵੱਡਾ ਮੁਲਕ, ਇੱਕ ਬਹੁਤ ਵੱਡਾ ਸੂਬਾ ਸੰਭਾਲਣ ਦੇ ਲਈ ਅਸੀਂ ਕਦੇ ਵੀ ਨਹੀਂ ਵੇਖਦੇ ਕਿ ਕਿਸੇ ਬੰਦੇ ਦੇ ਕੋਲ ਕਿਹੜੀ ਡਿਗਰੀ ਹੈ। ਜਿਹਦੀ ਡਿਗਰੀ ਨਹੀਂ ਲੱਭਦੀ ਉਹ ਤਾਂ ਇੱਥੇ ਪ੍ਰਧਾਨ ਮੰਤਰੀ ਬਣ ਜਾਂਦੇ ਆ, ਤੇ ਜਿਨ੍ਹਾਂ ਦੀਆਂ ਡਿਗਰੀਆਂ ਦੇ ਥੱਬੇ ਆ ਤੇ ਉਹ ਇਸ ਵਕਤ ਡਾਂਗਾ ਖਾ ਰਹੇ ਆ, ਉਹਨਾਂ ਨੂੰ ਘੜੀਸਿਆ ਜਾਂਦਾ ਸੁਹਾਗੇ ਦੇ ਵਾਂਗੂ ਜੀ। ਤੇ ਪੁਲਿਸ ਘੜੀਸਦੀ ਆ ਸਰਕਾਰਾਂ ਦੇ ਇਸ਼ਾਰੇ ਦੇ ਉੱਤੇ, ਪ੍ਰਸ਼ਾਸਨ ਘੜੀਸਦਾ ਸਰਕਾਰਾਂ ਦੇ ਇਸ਼ਾਰੇ ਦੇ ਉੱਤੇ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ। ਇੱਕ ਪਿੰਡ ਹੈਗਾ ਗੁਰਦਾਸਪੁਰ ਦੇ ਵਿੱਚ, ਬਿਆਨਪੁਰ ਜੀ। ਉਸ ਪਿੰਡ ਦਾ ਸੁਰਿੰਦਰਪਾਲ ਸਿੰਘ ਨਾਂ ਦਾ ਇੱਕ ਨੌਜਵਾਨ ਆ, ਉਹਨੇ ETT ਵੀ ਪਾਸ ਕੀਤੀ ਆ, ਉਹਨੇ ਟੈਟ ਦਾ ਟੈਸਟ ਵੀ ਪਾਸ ਕੀਤਾ। ਉਹਦੀ ਮੰਗ ਇਹ ਆ ਵੀ ਅਸਾਮੀਆਂ ਦੇ ਵਿੱਚ ETT ਤੇ ਟੈਟ ਪਾਸ ਜਿਹੜੇ ਬੇਰੁਜ਼ਗਾਰ ਆ ਉਹਨਾਂ ਨੂੰ ਪਰੇ ਨਾ ਕੀਤਾ ਜਾਵੇ, ਸਾਡੀਆਂ ਅਸਾਮੀਆਂ ਪੁਰ ਕੀਤੀਆਂ ਜਾਣ ਤੇ ਮੈਨੂੰ ਤੇ ਮੇਰੇ ਵਰਗਿਆਂ ਨੂੰ ਯੋਗਤਾ ਦੇ ਮੁਤਾਬਕ ਨੌਕਰੀ ਦਿੱਤੀ ਜਾਵੇ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸੁਰਿੰਦਰਪਾਲ ਨੇ ਆਪਣੇ ਬਾਕੀ ਸਾਥੀਆਂ ਦੇ ਵਾਂਗੂ ਡਾਂਗਾ ਖਾਧੀਆਂ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪਾਣੀ ਦੀਆਂ ਵਾਛੜਾਂ ਚੱਲੀਆਂ। ਜਦੋਂ ਉਹਦੀ ਮਾਤਾ ਗੁਜ਼ਰ ਗਈ ਤੇ ਪਿਓ ਦੀ ਦਿਹਾੜੀ ਕਰਦੇ ਦੇ ਪਿੱਠ ਦੇ ਵਿੱਚ ਕੁੱਬ ਪੈ ਗਿਆ ਤਾਂ ਉਹਨੇ ਆਪਣੇ ਬਾਪ ਦੇ ਨਾਲ ਦਿਹਾੜੀਆਂ ਵੀ ਸ਼ੁਰੂ ਕਰਤੀਆਂ। ਦੋਸਤਾਂ ਮਿੱਤਰਾਂ ਨੇ ਪੈਸੇ ਇਕੱਠੇ ਕਰਕੇ ਉਹਨੂੰ ETT ਵੀ ਕਰਵਾਤੀ, ਫਿਰ ਉਹਨੇ ਕਰਜ਼ਾ ਚੱਕ ਕੇ B.Ed ਵੀ ਕਰ ਲਈ, ਬਾਕੀ ਜਿਹੜੇ ਸਾਰੇ ਕੋਰਸ ਵੀ ਕਰ ਲਏ। ਪਰ ਜਦੋਂ ਉਹਨੂੰ ਇਹ ਲੱਗਾ ਜੀ ਕਿ ਮੇਰੀ ਉਮਰ ਵੀ ਨਿਕਲਦੀ ਜਾਂਦੀ ਹੈ ਤੇ ਮੇਰੇ ਵਰਗੇ ਹੋਰਨਾਂ ਦੀ ਬੜਿਆਂ ਦੀ ਉਮਰ ਨਿਕਲਦੀ ਹੈ, ਤਾਂ ਉਹ ਜਾ ਕੇ ਪਟਿਆਲੇ ਦੇ ਵਿੱਚ 260 ਫੁੱਟ ਉੱਚੇ ਟਾਵਰ ਦੇ ਉੱਤੇ 80 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ, 2000 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ, ਕੱਲੇ ਬਿਸਕੁਟਾਂ ਤੇ ਪਾਣੀ ਦੇ ਸਹਾਰੇ ਬੈਠਾ। ਤੇ ਉਹਨੇ ਕੱਲ ਗੱਲ ਪਤਾ ਕੀ ਕਹੀ ਹੈ? ਕਹਿੰਦਾ ਮੈਨੂੰ ਇੱਥੋਂ ਬੈਠੇ ਨੂੰ ਮੋਤੀ ਮਹਿਲ ਦੱਸਦਾ,
ਪਰ ਮੋਤੀ ਮਹਿਲ ਦੇ ਵਿੱਚ ਬਹਿਣ ਵਾਲਿਆਂ ਨੂੰ ਇਹ ਟਾਵਰ ਕਿਹੜੀ ਗੱਲੋਂ ਨਹੀਂ ਦੱਸਦਾ? ਨਾ ਨਾ, ਉਹਨਾਂ ਨੂੰ ਕਿਵੇਂ ਦੇਖ ਜੇ? ਉਹਨਾਂ ਨੇ ਕਦੀ ਤਾਂ ਅਸਮਾਨ ਵੱਲ ਨੂੰ ਵੇਖਿਆ ਹੀ ਨਹੀਂ, ਉਹਨਾਂ ਨੇ ਕਦੀ ਸਾਹਮਣੇ ਵੇਖਿਆ ਹੀ ਨਹੀਂ। ਉਹ ਤਾਂ ਸਿਰਫ ਆਪਣੀਆਂ ਗੱਡੀਆਂ ਵੱਲ, ਆਪਣੇ ਅਹੁਦਿਆਂ ਵੱਲ, ਆਪਣੀਆਂ ਕੁਰਸੀਆਂ ਵੱਲ ਵੇਖਦੇ ਨੇ। ਉਹਨਾਂ ਨੂੰ ਕਿੱਥੋਂ ਦਿਖ ਜਾਣ ਉਹ ਲੋਕ ਜਿਹੜੇ ਵਾਕਈ ਪੂਰੀ ਯੋਗਤਾ ਹੋਣ ਦੇ ਬਾਵਜੂਦ ਵੀ ਅੱਜ ਨੌਕਰੀਆਂ ਦੇ ਲਈ ਕਦੀ ਇਧਰੋਂ ਛਿੱਤਰ ਖਾਂਦੇ ਨੇ, ਕਦੀ ਉਧਰੋਂ ਛਿੱਤਰ ਖਾਂਦੇ ਨੇ। ਉਹਨਾਂ ਦੇ ਤਾਂ ਪੈਰ ਹੀ ਨਹੀਂ ਲੱਗਦੇ ਟਾਣਾ ਸਾਹਿਬ ਜ਼ਮੀਨ ਦੇ ਉੱਪਰ। ਉਹ ਕਿੱਥੋਂ ਵੇਖ ਲੈਣਗੇ ਕੀ ਮਜਬੂਰੀਆਂ ਨੇ ਲੋਕਾਂ ਦੀਆਂ। ਸੁਰਿੰਦਰਪਾਲ ਕਹਿੰਦਾ ਇੱਕ ਵਾਰੀ ਮੇਰੀ ਸਿੱਖਿਆ ਮੰਤਰੀ ਨਾਲ ਗੱਲ ਵੀ ਕਰਵਾਤੀ, ਪਰ ਮੈਂ ਚਾਹੁੰਦਾ ਵੀ ਕੱਲੀ ਗੱਲ ਹੀ ਨਾ ਹੋਵੇ। ਗੱਲ ਤਾਂ ਇਹ 5 ਸਾਲ ਪਹਿਲਾਂ ਵੀ ਕਰਦੇ ਹੁੰਦੇ ਆ, 10 ਸਾਲ ਪਹਿਲਾਂ ਵੀ ਕਰਦੇ ਹੁੰਦੇ ਆ, ਪਰ ਮੈਂ ਚਾਹੁੰਦਾ ਕਿ ਪ੍ਰੈਕਟੀਕਲ ਤੌਰ ਦੇ ਉੱਤੇ, ਜ਼ਮੀਨੀ ਪੱਧਰ ਦੇ ਉੱਤੇ ਗੱਲ ਲਾਗੂ ਵੀ ਹੋਵੇ। ਤੇ ਇਸ ਕਰਕੇ ਮੈਂ ਬੈਠਾ। ਭਾਰ ਉਸ ਨੌਜਵਾਨ ਦਾ ਘਟ ਗਿਆ ਸਿਰਫ ਇਹ ਦੱਸਣ ਦੇ ਲਈ ਕਿ ਇੱਕ ਬੰਦਾ ਤੁਹਾਨੂੰ ਵੋਟਾਂ ਪਾਉਣ ਵਾਲਾ, ਤੁਹਾਡੇ ਸੂਬੇ ਦਾ ਵਸਿੰਦਾ, ਜਿਹਨੇ ਸਾਰਗੰਡਗਿਰੀਆਂ ਕੀਤੀਆਂ, ਤੁਹਾਡੇ ਵੱਲੋਂ ਚਲਾਏ ਹੋਏ ਸਾਰੇ ਕੋਰਸ ਪੂਰੇ ਕੀਤੇ ਆ, ਤੁਹਾਡੀਆਂ ਅਸਾਮੀਆਂ ਦੇ ਲਾਇਕ ਵੀ ਆ, ਤੁਸੀਂ ਉਹਨੂੰ ਭਰਤੀ ਨਹੀਂ ਕਰਦੇ। ਭਾਰ ਉਹਦਾ ਘਟ ਗਿਆ, ਹਾਲਤ ਉਹਦੀ ਕਮਜ਼ੋਰ ਹੋਈ ਜਾਂਦੀ ਆ। ਪਰ ਰਾਜਨੀਤਿਕ ਪਾਰਟੀਆਂ ਦੇ ਆਗੂ ਜਾਂਦੇ ਆ ਉੱਥੇ ਉੱਤੇ ਧਰਵਾਸ ਦੇ ਕੇ ਵੀ ਕੋਈ ਨਾ ਅਸੀਂ ਤੇਰੇ ਨਾਲ ਆ, ਤੇ ਫਿਰ ਗੱਡੀ ਦੇ ਵਿੱਚ ਬਹਿੰਦੇ ਤੇ ਘਰ ਨੂੰ ਵਾਪਸ ਮੁੜ ਆਉਂਦੇ ਆ। ਤੇ ਨਾਲ ਆ ਤਾਂ ਬੈਠੋ ਉੱਪਰ ਉਹਦੇ ਨਾਲੋਂ ਤੁਸੀਂ ਤਾਂ ਉਹਦੇ ਲਈ ਨਾਲ ਉੱਥੇ ਖੜ ਕੇ ਤੇ ਉਹਨੂੰ ਕਹੋ ਵੀ ਆ ਬੈਠੇ ਆ ਤੇਰੇ ਨਾਲ, ਜਦ ਤੱਕ ਤੇਰਾ ਮਸਲਾ ਨਹੀਂ ਹੱਲ ਹੁੰਦਾ ਸੀ ਇੱਥੋਂ ਨਹੀਂ ਹਿਲਦੇ। ਸਿਰਫ ਥੱਲਿਓਂ ਖੜ ਕੇ ਤਾਂ ਨੂੰ ਵੇਖ ਕੇ ਨਾਲਾਂ ਕਹਿਣ ਨਾਲ ਮਸਲੇ ਹੱਲ ਹੁੰਦੇ ਨੇ। ਸਰਕਾਰਾਂ ਦੀ ਢੀਠਤਾ ਹੀ ਇਸ ਕਦਰ ਆ, ਉਹਨੂੰ ਥੱਲੇ ਲਾਉਣ ਦੇ ਲਈ ਕੋਈ ਧਰਵਾਸ ਨਹੀਂ ਦਿੱਤਾ ਜਾ ਰਿਹਾ। ਉਹਦੇ ਨਾਲ ਕੋਈ ਗੱਲ ਨਹੀਂ ਕੀਤੀ ਜਾ ਰਹੀ ਵੀ ਭਾਈ ਨੌਕਰੀ ਤੇਰੀ ਪੱਕੀ ਆ, ਤੇਰੇ ਵਰਗਿਆਂ ਦੀ ਨੌਕਰੀ ਪੱਕੀ ਆ। ਸਗੋਂ ਆਲੇ ਦੁਆਲੇ ਟਾਵਰ ਦੇ ਪੁਲਿਸ ਦਾ ਪਹਿਰਾ ਲਾਤਾ। ਇਹ ਵੀ ਠੀਕ ਹੈ, ਮਤਲਬ ਪੁਲਿਸ ਨੂੰ ਬੰਦਾ ਉੱਥੇ ਲਾ ਦਿਓ, ਪਰ ਇਹਦੇ ਨਾਲ ਨੌਕਰੀ ਮਿਲੂਗੀ ਕਿ ਬੰਦਾ ਬਚ ਜੂਗਾ ਜੇਕਰ ਉਹਨੇ ਛਾਲ ਮਾਰਨੀ ਹੋਈ? ਨਾ ਜੀ ਨਾ ਟਾਣਾ ਸਾਹਿਬ, ਇੱਥੇ ਤਾਂ ਇੰਨਾ ਕੁ ਬੁਰਾ ਹਾਲ ਆ ਵੀ ਤੁਸੀਂ ਆਪਣੇ ਫਿਰ ਅਸੀਂ ਨਾ ਇਹ ਗੱਲ ਬੜੀ ਕਹਿੰਦੇ ਆ ਵੀ ਬਾਹਰ ਪਤਾ ਨਹੀਂ ਕਿਹੜੀ ਗੱਲੋਂ ਲੋਕ ਜਾਈ ਜਾਂਦੇ। ਲੋਕ ਕੀ ਕਰਨ ਦੱਸੋ? ਜਿਹੜੀਆਂ ਸ਼ਰਤਾਂ ਤੁਸੀਂ ਕਹਿੰਦੇ ਹੋ ਵੀ ਆਹ ਪੂਰੀ ਕਰ, ਆਹ ਪੂਰੀ ਕਰ, ਆਹ ਪੂਰੀ ਕਰ, ਉਹ ਸਾਰੀਆਂ ਸ਼ਰਤਾਂ ਉਹ ਲੋਕ ਪੂਰੀਆਂ ਕਰ ਰਹੇ ਨੇ, ਅਧਿਆਪਕ ਪੂਰੀਆਂ ਕਰ ਰਹੇ ਨੇ, ਤੇ ਉਹਨਾਂ ਦਾ ਕਸੂਰ ਕੀ ਹੈ ਵੀ ਉਹ ਪੜ੍ਹੇ ਲਿਖੇ ਨੇ? ਬਿਲਕੁਲ ਸਹੀ। ਚੱਜ ਦਾ ਵਿਚਾਰ। ਟਾਣਾ ਸਾਹਿਬ ਜੀ ਵਿਆਹ ਹੋਇਆ, ਕਾਫੀ ਧੂਮ ਧੜੱਕੇ ਨਾਲ ਹੋਇਆ। ਚਲੋ ਵਧੀਆ ਗੱਲ ਆ, ਬੜੇ ਲੋਕ ਕਰਦੇ ਆ। ਅੱਛਾ ਹਾਂ, ਪਰ ਇਸ ਉਮਰ 'ਚ ਨਹੀਂ ਕਰਦੇ। ਕਿਹੜੀ ਚ? ਜੇ ਕਿਤੇ ਇਸ ਉਮਰ 'ਚ ਪੰਜਾਬ 'ਚ ਵਿਆਹ ਹੋਇਆ ਹੁੰਦਾ ਨਾ ਤਾਂ ਹੁਣ ਨੂੰ ਬੀਬੀਆਂ ਨੇ ਮੂੰਹ 'ਚ ਚੁੰਨੀ ਦੇ ਦੇ ਕੇ ਗੱਲਾਂ ਕਰਨੀਆਂ ਸੀ। ਇਸ ਉਮਰ 'ਚ ਪਤਾ ਨਹੀਂ ਕੀ ਅੱਖ ਰਹੀ ਸੀ। ਅੱਛਾ, ਉਮਰ ਕਿੰਨੀ ਆ? 95 ਸਾਲ। 95 ਸਾਲ ਬੰਦੇ ਦੀ ਕਿ ਬੇਬੇ ਦੀ? ਬੀਬੀ ਦੀ। ਬੀਬੀ ਦੀ? ਹਾਂ। ਵਾਹ, ਇਹ ਤਾਂ ਅਚੰਭਿਤ ਕਰਨ ਵਾਲੀ ਖਬਰ ਆ। ਬਿਲਕੁਲ ਸਹੀ। ਇਹ ਜਿਹੜੀ ਬੀਬੀ ਹੈ ਇਹਦਾ ਨਾਮ ਹੈ ਜੋਏ ਮੋਰੋ ਨਲਟਨ। ਜੋਏ ਮੋਰੋ ਨਲਟਨ, ਬੇਬੇ ਜੀ ਪੈਰੀ ਪੈਨੇ ਆ। ਹਾਂ, ਤੇ ਜਿਹੜਾ ਬੰਦਾ ਹੈ, ਜਿਹੜੇ ਪਾਪਾ ਜੀ ਨੇ ਜਿਨ੍ਹਾਂ ਨਾਲ ਵਿਆਹ ਹੋਇਆ, ਉਹਨਾਂ ਦਾ ਨਾਮ ਹੈ ਜੌਨ ਸ਼ਲਟਰ। ਸ਼ਲਟਰ ਸਾਹਿਬ ਪੈਰੀ ਪੈਨੇ ਆ। ਇਹਨਾਂ ਨੇ ਵਿਆਹ ਕਰਾਇਆ ਟਾਣਾ ਸਾਹਿਬ। ਬਹੁਤ ਵਧੀਆ ਗੱਲ ਆ, ਮਰਜ਼ੀ ਅਗਲੇ ਦੀ, ਆਪਣਾ ਕੀ ਢਿੱਡ ਦੁਖਦਾ? ਨਹੀਂ, ਆਪਣਿਆਂ ਦਾ ਦੁਖਣ ਲੱਗ ਜਾਂਦਾ ਹੁੰਦਾ ਹੈ। ਹਾਂ, ਤੁਹਾਨੂੰ ਨਹੀਂ ਪਤਾ, ਆਪਣਿਆਂ ਦਾ ਤਾਂ ਪਹਿਲਾਂ ਦੁਖਦਾ ਹੈ। ਪਰ ਉੱਥੇ ਨਹੀਂ ਦੁਖਦਾ। ਇਹ ਅਮਰੀਕਾ 'ਚ ਨਹੀਂ ਦੁਖਦਾਗਾ, ਉੱਥੇ ਚੱਲਦਾ। ਉਹ ਕਹਿੰਦੇ ਵੀ ਦੇਖੋ, ਇਹ ਬਜ਼ੁਰਗ ਔਰਤ ਤੇ ਮਰਦ ਦੋਨੋਂ ਜਾਣੇ ਬੜੇ ਲੰਮੇ ਸਮੇਂ ਤੋਂ, ਕਈ ਦਹਾਕਿਆਂ ਤੋਂ, ਅੱਧੀ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਜਦੋਂ ਤੋਂ ਇੱਕ ਦੂਜੇ ਨੂੰ ਜਾਣਦੇ ਆ। ਅੱਛਾ ਜੀ। ਦੋਵੇਂ 95 ਵਰਿਆਂ ਦੇ ਆ। ਦੋਵਾਂ ਦੇ ਜੀਵਨ ਸਾਥੀ ਵਿਛੜ ਗਏ ਆ। ਜਿਹੜੀ ਬੇਬੇ ਆ ਉਹਦੇ ਘਰ ਵਾਲੇ ਦੀ ਵੀ ਮੌਤ ਹੋ ਗਈ, ਤੇ ਜਿਹੜਾ ਬਾਪੂ ਆ ਉਹਦੀ ਘਰ ਵਾਲੀ ਦੀ ਵੀ ਮੌਤ ਹੋ ਗਈ। ਸੋ ਜਦੋਂ ਦੋਵੇਂ ਜਾਣਦੇ ਆ ਤੇ ਦੋਵਾਂ ਨੇ ਆਪਦੇ ਟੱਬਰ ਦੇ ਜੀਆਂ ਦੇ ਨਾਲ ਗੱਲਬਾਤ ਕੀਤੀ। ਉਧਰ ਬਾਪੂ ਨੇ ਗੱਲ ਕੀਤੀ ਆਪਦੇ ਧੀਆਂ ਪੁੱਤਾਂ ਪੋਤੇ ਪੋਤੀਆਂ ਦੇ ਨਾਲ, ਤੇ ਉਧਰੋਂ ਬੇਬੇ ਨੇ ਵੀ ਕੀਤੀ, ਤੇ ਸਾਰੇ ਟੱਬਰ ਨੇ ਦੋਵਾਂ ਨੂੰ ਇਕੱਠੇ ਕਰਤਾ। ਵਾਹ। ਤੇ ਉਹ ਬੇਬੇ ਜਿਹੜੀ ਆ, ਉਹ ਦੇਖੋ ਨੇ ਕਿੰਨੀ ਸਿਆਣੀ ਗੱਲ ਕੀਤੀ। ਉਹ ਕਹਿੰਦੀ ਹੋ ਸਕਦਾ ਸਾਡੀ ਜ਼ਿੰਦਗੀ ਦੇ 5 ਸਾਲ ਬਾਕੀ ਹੋਣ, ਹੋ ਸਕਦਾ 2 ਸਾਲ ਹੋਣ, ਹੋ ਸਕਦਾ 6 ਮਹੀਨੇ ਹੋਣ, ਤੇ ਕਿਉਂ ਨਾ ਅਸੀਂ ਇਕੱਠੇ ਰਹਿ ਲਈਏ, ਕਿਉਂ ਨਾ ਜ਼ਿੰਦਗੀ ਦੇ ਵਿੱਚ ਇੱਕ ਦੂਜੇ ਦੇ ਨਾਲ ਗੱਲਾਂ ਦੀ ਸਾਂਝ ਪਾ ਲਈਏ। ਤੇ ਜੇ ਕਿਤੇ ਹੁੰਦਾ ਇੱਥੇ ਭਾਰਤ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ, ਇਹਨੂੰ ਅੱਗ ਲੱਗੀ ਇਸ ਉਮਰ ਦੇ ਵਿੱਚ, ਇਹਨੇ ਬਥੇਰੇ ਚੱਦ ਚਾੜੇ ਹੋਣੇ ਆ, ਇਹਨਾਂ ਦਾ ਬੁੜਾ ਵੀ ਆਈ ਸੀ ਐਵੇਂ, ਜਿਹਨੂੰ ਪਤਾ ਨਹੀਂ ਹੁੰਦਾ ਕੁਝ ਵੀ, ਐਵੇਂ ਇਹ ਖਾਨਦਾਨ ਹੀ ਇਦਾਂ ਦਾ। ਇਹ ਆ ਦੇਖ ਲਾ, ਮੂੰਹ 'ਚ ਦੰਦ ਨਹੀਂ, ਕਿਵੇਂ ਗੰਦ ਪਾਇਆ ਇਹਨੇ। ਮੈਨੂੰ ਇਹ ਨਹੀਂ ਸਮਝ ਆਉਂਦੀ ਟਾਣਾ ਸਾਹਿਬ ਕਿ ਜ਼ਿੰਦਗੀ ਆਪਾਂ ਹਮੇਸ਼ਾ ਕਹਿੰਦੇ ਆ ਇੱਕ ਵਾਰ ਮਿਲਦੀ ਹੈ, ਤੇ ਬੰਦੇ ਨੂੰ ਅਸੀਂ ਆਪਣੇ ਢੰਗ ਨਾਲ ਜਿਉਣ ਕਿਉਂ ਨਹੀਂ ਦਿੰਦੇ? ਸਾਡਾ ਕੀ ਮਤਲਬ ਹੁੰਦਾ ਹੈ ਕਿ ਅਸੀਂ ਕਿਸੇ ਦੇ ਉੱਪਰ ਵੀ ਕੋਈ ਵੀ ਨਿੱਜੀ ਟਿੱਪਣੀ ਕਰਦੇ ਆ, ਅਸੀਂ ਕਿਸੇ ਦੇ ਵੀ ਬਾਰੇ 'ਚ ਕੁਝ ਵੀ ਜੋ ਸੱਚ ਵੀ ਨਾ ਹੋਵੇ ਉਹ ਵੀ ਐਵੇਂ ਬੋਲਦੇ ਰਹਿੰਦੇ ਆ। ਉਹ ਭਰਾਵਾ, ਝਾਵੇਂ ਇਕੱਲੇ ਪੈਰ ਕੁਚਣ ਵਾਸਤੇ ਨਹੀਂ ਹੁੰਦੇ, ਆਲੇ ਦੁਆਲੇ ਵੀ ਹੁੰਦੇ ਆ। ਝੱਜੇ ਨੂੰ ਕਰਨਾ, ਵਾਵੇ ਨੂੰ ਕਰਨਾ, ਉੱਤੇ ਬਿੰਦੀ। ਵਾਕਈ। ਸੋ ਜਿਹੜਾ ਮੈਂ ਚਾਹ ਦਾ ਵਿਚਾਰ ਸ਼ੁਰੂ ਚ ਦਿੱਤਾ ਸੀ ਕਿ ਕਦੇ ਵੀ ਆਪਣੇ ਸਹੀ ਫੈਸਲੇ ਲੋਕਾਂ ਦੇ ਬਾਰੇ ਚ ਸੋਚ ਕੇ ਨਾ ਬਦਲੋ, ਕਿਉਂਕਿ ਲੋਕ ਸਿਰਫ ਨਸੀਹਤ ਦਿੰਦੇ ਨੇ, ਖਾਣ ਨੂੰ ਰੋਟੀ ਨਹੀਂ ਦਿੰਦੇ। ਬਿਲਕੁਲ ਜੀ, ਟੱਬਰ ਰਾਜ਼ੀ ਆ, ਆਪਾਂ ਕੀ ਲੈਣਾ? ਆ ਪਿਛਲੇ ਦਿਨੀ ਪੰਜਾਬ ਦੇ ਵੀ ਇੱਕ ਬਜ਼ੁਰਗ ਨੇ ਵਿਆਹ ਕਰਵਾਇਆ ਸੀ, 50 ਕੁ ਸਾਲ ਤੋਂ ਉੱਪਰ ਉਹਦੀ ਉਮਰ ਆ, ਅਧ ਖੜਾ ਉਹਨੇ ਆਪਦੇ ਤੋਂ ਕੁਝ ਛੋਟੀ ਔਰਤ ਦੇ ਨਾਲ ਵਿਆਹ ਕਰਵਾਇਆ, ਤੇ ਕੁੜੀ ਵਾਲੇ ਰਾਜ਼ੀ ਤੇ ਬੰਦਾ ਰਾਜ਼ੀ, ਦੋਵਾਂ ਦੇ ਟੱਬਰ ਰਾਜ਼ੀ, ਤੇ ਆਪਣੇ ਵਰਗੇ
ਗੰਦ ਬਹੁਤ ਪਾਇਆ ਇਹਨਾਂ ਨੇ। ਹਾਂ, ਤੇ ਆਪਣਾ ਨਹੀਂ ਪਤਾ ਹੁੰਦਾ ਤੇ ਆਪ ਨੂੰ ਪਰੌਂਠੇ ਪਕਾ ਕੇ ਦਿੰਦੇ ਸੀ ਮੂਲੀ ਵਾਲੇ। ਜਿਹੜੀ ਉਹ ਕੁੜੀ ਆ, ਜਿਹੜੀ ਔਰਤ ਆ, ਉਹ ਵਿਧਵਾ, ਉਹਦੇ ਘਰ ਦੇ ਵਿੱਚ ਆਪਾਂ ਰਾਸ਼ਨ ਦੇ ਕੇ ਆਉਂਦੇ ਸੀਗੇ, ਆਪਾਂ ਬਿਜਲੀ ਦਾ ਬਿੱਲ ਦਿੰਦੇ ਸੀ। ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਵੀ ਇੱਕ ਕੁੜੀ ਹੋਣ ਦਾ ਨਾਤੇ ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਮਹਿਸੂਸ ਕਰ ਸਕਦੀ ਹਾਂ ਕਿ ਬਹੁਤੀ ਵਾਰ ਜਿਹੜੇ ਲੋਕ ਦੂਜਿਆਂ ਨੂੰ ਕਹਿੰਦੇ ਨਾ ਗੰਦ ਪਾਇਆ, ਉਹ ਆਪ ਨਾ ਮਤਲਬ ਕੋਈ ਕੁੜੀ ਉਹਨਾਂ ਦੀ ਅੱਖ ਦੇ ਮੋੜ ਦੀ ਲੰਘ ਨਹੀਂ ਸਕਦੀ, ਉਹਨਾਂ ਨੂੰ ਮੌਕਾ ਨਹੀਂ ਮਿਲਦਾ, ਉਹਨਾਂ ਨੂੰ ਗੰਦ ਤਾਂ ਲੱਗਦਾ। ਬਿਲਕੁਲ ਸਹੀ ਹੈ। ਬਹੁਤੀ ਵਾਰ ਇਹੋ ਜਿਹੇ ਹੁੰਦੇ ਨੇ ਉਹ ਕਿ ਜਿਹਦੇ ਨਾਲ ਕੋਈ ਬੀਬੀ ਕੋਈ ਔਰਤ ਗੱਲ ਵੀ ਨਹੀਂ ਕਰਨਾ ਚਾਹੁੰਦੀ, ਉਹਨੂੰ ਸੁਰੱਖਿਅਤ ਨਹੀਂ ਮਹਿਸੂਸ ਹੁੰਦਾ ਤੇ ਉਹ ਦੂਜੇ ਚ ਨੁਕਸ ਕੱਢੀ ਜਾਣਗੇ, ਇਹਨੇ ਗੰਦ ਪਾਇਆ। ਜੇ ਇੰਨਾ ਹੀ ਤੁਹਾਨੂੰ ਗੰਦ ਪਾਇਆ ਲੱਗਦਾ, ਅੱਖਾਂ ਮੀਟ ਲਓ। ਤੁਹਾਡੇ ਘਰੋਂ ਤਾਂ ਨਹੀਂ ਆ ਕੇ ਕੋਈ ਰੋਟੀ ਖਾ ਰਿਹਾ, ਤੁਹਾਡੇ ਘਰ ਚ ਆ ਕੇ ਤਾਂ ਨਹੀਂ ਕੋਈ ਵਿਗਨ ਪਾ ਰਿਹਾ, ਤੁਹਾਨੂੰ ਤਾਂ ਨਹੀਂ ਆ ਕੇ ਕੋਈ ਕੁਝ ਕਹਿ ਰਿਹਾ। ਅਗਲੇ ਦੀ ਜ਼ਿੰਦਗੀ ਉਹਨੂੰ ਜਿਉਣ ਦਿਓ, ਆਪਾਂ ਕੌਣ ਆ? ਬਸ ਬਿਲਕੁਲ ਸਹੀ ਗੱਲ। ਇਸ ਲਈ ਜਿਓ ਤੇ ਜੀਣ ਦਿਓ। ਮੀਆਂ ਬੀਬੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ? ਮੌਜਾਂ ਕਰੋ ਜੀ, ਮੌਜਾਂ ਜੀ। ਸੋ ਇਹਨਾਂ ਦੀ ਇਹ ਜਿਹੜਾ ਵਿਆਹ ਹੋਇਆ ਹੈ ਬੇਬੇ ਬਾਪੂ ਦਾ, ਇਹ ਵਿਆਹ ਬਹੁਤ ਲੰਬਾ ਚੱਲੇ, ਦੋਵੇਂ ਖੁਸ਼ ਰਹਿਣ ਤੇ ਵਧੀਆ ਜ਼ਿੰਦਗੀ ਜਿਉਣ। ਬਿਲਕੁਲ ਸਹੀ। ਤੇ ਬਾਕੀ ਇਸੇ ਤਰ੍ਹਾਂ ਹੀ ਹੁਣ ਪ੍ਰੋਗਰਾਮ ਨੂੰ ਸਮੇਟਦੇ ਆ, ਜਾਣਦਾ ਹੋ ਗਿਆ ਵੇਲਾ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ।